ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ, ਅਮਰਦਾਸ ਪਦ ਬੰਦ, ਰਾਮਦਾਸ ਅਰਜੁਨ ਗੁਰੂ, ਬਰ ਸ੍ਰੀ ਹਰਿ ਗੋਬਿੰਦ। ਹਰਿ ਰਾਇ ਹਰਿ ਕ੍ਰਿਸ਼ਨ ਗੁਰ, ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ, ਨਮੋ ਚਰਨ ਅਰਬਿੰਦ। ਏਕੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕਹਿ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਬੇਸੁਮਾਰ ਅਥਾਹ ਅਗਨਤ ਤੁਲੈ, ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੈ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਏਕ ਦਿਨ ਬੀਤੇ ਬਹੁਰ, ਬੈਠੇ ਸਮਾਂ ਮਝਾਰ। ਕਰੈਨ ਬਾਬੀ ਕੀਰਤਨ, ਸੁੰਦਰ ਸ਼ਬਦ ਉਚਾਰ। ਦੋਹਰਾ ਏਕ ਦਿਨ ਬੀਤੇ ਬਹੁਰ, ਬੈਠੇ ਸਮਾਂ ਮਝਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ। ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸੁਭਾਏ ਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਬਾਣੀ ਗੁਰੂ, ਸ਼ਬਦ ਗੁਰੂ। ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋ ਰਹੀ ਹੈ। ਸਤਿਗੁਰੂ ਜੀ ਖੁੱਲ੍ਹੇ ਦਰਸ਼ਨ ਦੀਦਾਰੇ ਆਪਾਂ ਸਭ ਸੰਗਤਾਂ ਨੂੰ ਬਖਸ਼ਿਸ਼ ਕਰ ਰਹੇ ਆ। ਸੰਧਿਆ ਦੇ ਦੀਵਾਨ ਵਿੱਚ ਗੁਰੂ ਕੀ ਬਾਣੀ ਦਾ ਕੀਰਤਨ, ਰਹਿਰਾਸ ਸਾਹਿਬ ਦੇ ਪਾਠ ਵਡਭਾਗੀ ਸੰਗਤਾਂ ਨੇ ਸਰਵਣ ਕਰਕੇ ਆਨੰਦ ਮਾਣਿਆ ਹੈ। ਬਹੁਤ ਵੱਡਿਆਂ ਭਾਗਾਂ ਦੇ ਨਾਲ ਸਤਿਗੁਰਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ, ਨਗਰ ਤੱਲਣ, ਜ਼ਿਲ੍ਹਾ ਜਲੰਧਰ, ਦੁਆਬੇ ਦੀ ਧਰਤੀ ਦੇ ਉੱਤੇ ਗੁਰੂ ਕੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਵਿੱਚ ਇੱਕ ਦਿਨ ਰੁਕ ਕੇ ਆਪਾਂ ਫਿਰ ਦੁਬਾਰਾ ਹਾਜ਼ਰੀ ਭਰ ਰਹੇ ਹਾਂ। ਕਿਉਂਕਿ ਬੀਤੇ ਕੱਲ੍ਹ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 400 ਸਾਲਾ ਆਗਮਨ ਦਿਵਸ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜੇ ਹੋਏ ਦੀਵਾਨਾਂ ਵਿੱਚ ਸਤਿਗੁਰਾਂ ਦੇ ਪਵਿੱਤਰ ਜੀਵਨ, ਵੈਰਾਗ, ਤਿਆਗ, ਮਨ ਨੂੰ ਸੰਬੋਧਨ ਹੋ ਕੇ ਜੋ ਉਹਨਾਂ ਨੇ ਵਾਕ ਕਹੇ, ਬਚਨ ਆਖੇ, ਸੰਸਾਰ ਦੀ ਨਾਸ਼ਮਾਨਤਾ ਦੀ ਗੱਲ ਦੱਸੀ। ਸੋ ਇਹ ਸਾਰੇ ਬਚਨ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਗੁਰੂ ਕੀ ਬਾਣੀ ਦੇ ਸਰਵਣ ਕੀਤੇ ਹਨ। ਅਤੇ ਗੁਰਮੁਖ ਪਿਆਰਿਓ, ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਮੁੱਚੀ ਗੁਰਬਾਣੀ ਦੇ ਵਿੱਚ ਜਿੰਨੇ ਵੀ ਬਾਣੀਕਾਰ ਹਨ, ਜਿੰਨੇ ਮਹਾਂਪੁਰਸ਼ਾਂ ਦੀ, ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ, ਜੇ ਇਹ ਕਹਿ ਲਿਆ ਜਾਵੇ ਕਿ ਸਭ ਤੋਂ ਵੱਧ ਜੇਕਰ ਮਨ ਨੂੰ ਸੰਬੋਧਨ ਹੋ ਕੇ, ਮਨ ਸ਼ਬਦ ਬੋਲ ਕੇ ਗੁਰੂ ਕੇ ਸ਼ਬਦ ਉਚਾਰਨ ਕੀਤੇ ਹੈ, ਅਤੇ ਉਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ। ਇਹ ਬਿਲਕੁਲ ਯਥਾਰਥ ਹੈ। ਗੁਰੂ ਕੀ ਬਾਣੀ ਦੇ ਵਿੱਚ
ਸਭ ਤੋਂ ਜ਼ਿਆਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਬਾਣੀ ਹੈ, ਮਨ ਦੀ ਗੱਲ ਕੀਤੀ ਹੈ। ਤਕਰੀਬਨ ਹਰੇਕ ਸ਼ਬਦ ਦੇ ਵਿੱਚ ਮਨ ਨੂੰ ਸੰਬੋਧਨ ਹੋ ਕੇ ਸਤਿਗੁਰਾਂ ਨੇ ਗੁਰਬਾਣੀ ਦੇ ਸ਼ਬਦਾਂ ਦਾ ਉਚਾਰਨ ਕੀਤਾ ਹੈ। ਸਾਡੇ ਮਨ ਦਾ ਠਹਿਰਾਅ ਕਿਵੇਂ ਹੋਵੇ, ਸਾਡਾ ਮਨ ਰੇ ਕੌਣ ਕੋ ਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਆਮ ਭਗਤ ਨਹਿ ਕੀਨੀ। ਸੋ ਇਸੇ ਤਰ੍ਹਾਂ ਮਨ ਨੂੰ ਸੰਬੋਧਨ ਹੋ ਕੇ ਬਹੁਤ ਜਗ੍ਹਾ ਜਗ੍ਹਾ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਗੁਰਬਾਣੀ ਦੇ ਵਿੱਚ ਵਿਸ਼ੇਸ਼ ਕਰਕੇ ਮਨ ਨੂੰ ਹੀ ਸੰਬੋਧਨ ਕੀਤਾ ਹੈ। ਸੰਸਾਰ ਦੀ ਨਾਸ਼ਮਾਨਤਾ ਵੀ ਦਰਸਾਈ ਹੈ, ਸੰਸਾਰ ਦੇ ਰਿਸ਼ਤੇ ਨਾਤਿਆਂ ਦਾ ਜੋ ਕੂੜਾਪਣ ਹੈ ਉਹਦੀ ਵੀ ਗੱਲ ਕੀਤੀ ਹੈ। ਅਤੇ ਮਹਿਜ ਸਤਿਗੁਰੂ ਨੇ ਇਹ ਨਹੀਂ ਕਿਹਾ ਵੀ ਇਹ ਮੌਤ ਆਉਣੀ ਹੈ, ਸੰਸਾਰ ਨਾਸ਼ਵਾਨ ਹੈ, ਰਿਸ਼ਤੇਦਾਰ ਝੂਠੇ ਹੈ। ਮਨੁੱਖੀ ਮਨ ਨੂੰ ਢਾਰਸ ਵਾਲੇ ਪਾਸੇ ਨਹੀਂ ਲੈ ਕੇ ਗਏ, ਸਗੋਂ ਇਹ ਸਾਰੀਆਂ ਗੱਲਾਂ ਦੱਸ ਕੇ ਨਾਲ ਨਾਲ ਆਖਿਆ ਕਿ ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਹੇ ਮਨਾ, ਜੇ ਤੂੰ ਹੁਣ ਵੀ ਉਹ ਪਰਮੇਸ਼ਰ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਚਲਿਆ ਜਾਵੇਂਗਾ ਨਾ, ਤੇਰਾ ਭਲਾ ਹੋ ਜਾਵੇਗਾ। ਸੋ ਇਹ ਬਹੁਤ ਗੈਰ ਗੰਭੀਰ ਵਿਚਾਰਾਂ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਿੰਦ ਦੀ ਚਾਦਰ, ਉਹਨਾਂ ਦੇ ਜੀਵਨ ਪ੍ਰਥਾਏ ਸਰਵਣ ਕੀਤੀਆਂ। ਅੱਜ ਮੁੜ ਕੇ ਫਿਰ ਜੋ ਪਰਸੋਂ ਆਪਾਂ ਇਤਿਹਾਸ ਲੜੀਵਾਰ ਵਿਚਾਰ ਰਹੇ ਸੀ, ਉਸ ਦਾ ਅਗਲਾ ਪ੍ਰਸੰਗ ਅੱਜ ਆ ਰਿਹਾ ਹੈ। ਪਿਛਲੇ ਪ੍ਰਸੰਗ ਵਿੱਚ ਆਪਾਂ ਨੇ ਸਰਵਣ ਕੀਤਾ ਸੀ ਕਿ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਸਿੰਘਾਂ ਨੇ ਸਵਾਲ ਕੀਤਾ ਕਿ ਮਹਾਰਾਜ ਆਪ ਜੀ ਕਹਿੰਦੇ ਹੋ ਖਾਲਸੇ ਦਾ ਰਾਜ ਹੋਵੇਗਾ, ਇਹ ਰਾਜ ਕਦੋਂ ਹੋਵੇਗਾ, ਕਿੰਨਾ ਕੁ ਸਮਾਂ ਲੱਗੇਗਾ, ਕਿਸ ਤਰ੍ਹਾਂ ਦੇ ਹਾਲਾਤ ਹੋਣਗੇ, ਔਰ ਬਾਕੀ ਜਿਹੜੇ ਬਹੁ ਗਿਣਤੀ ਵਾਲੇ ਹਿੰਦੂ ਹਨ ਜਾਂ ਮੁਸਲਮਾਨ ਹਨ, ਉਹਨਾਂ ਦੇ ਉੱਤੇ ਕਮ ਗਿਣਤੀ ਵਾਲਿਆਂ ਦਾ, ਥੋੜ੍ਹੀ ਗਿਣਤੀ ਵਾਲੇ ਸਿੱਖਾਂ ਦਾ ਇਹ ਰਾਜ ਭਾਗ ਕਿਵੇਂ ਕਾਇਮ ਰਹਿ ਸਕੇਗਾ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਹੁਤ ਵਿਸਥਾਰ ਦੇ ਨਾਲ ਦੱਸਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਹੋਵੇਗਾ। ਸੋ ਸਤਿਗੁਰੂ ਜੀ ਨੇ ਜੋ ਬਚਨ ਗੁਰੂ ਕੇ ਸਿੱਖਾਂ ਨੂੰ ਦੱਸੇ ਸਨ, ਉਹ ਆਪਾਂ ਸਰਵਣ ਕੀਤੇ ਕਿ ਕਿਵੇਂ ਕਿਹਨਾਂ ਦਾ ਰਾਜ ਹੋਵੇਗਾ, ਫਿਰ ਖਾਲਸਾ ਕਿਵੇਂ ਰਾਜ ਲਵੇਗਾ, ਦਿੱਲੀ ਦੇ ਉੱਤੇ ਕਿਵੇਂ ਥੋੜ੍ਹਾ ਚਿਰ ਟਿਕੇਗਾ। ਇਹ ਸਾਰੇ ਵਿਚਾਰ ਆਪਾਂ ਬੜੇ ਵਿਸਥਾਰ ਸਹਿਤ ਸਰਵਣ ਕੀਤੇ ਹੈ। ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣਦਿਆਂ ਔਰ ਗੁਰੂ ਕੀ ਸੰਗਤ ਨੂੰ ਕਥਾ ਸੁਣਾਉਂਦਿਆਂ ਭਾਈ ਰਾਮ ਕੌਰ ਜੀ ਅਥਵਾ ਭਾਈ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਦਾ ਨਾਮ ਅੰਮ੍ਰਿਤ ਛਕਣ ਤੋਂ ਬਾਅਦ ਪ੍ਰਸਿੱਧ ਹੋਇਆ, ਸਤਿਗੁਰਾਂ ਨੇ ਨਾਮਕਰਨ ਕੀਤਾ। ਸੋ ਉਹ ਸਤਿਗੁਰੂ ਜੀ ਦੀ ਕਥਾ ਸੁਣਦੇ ਔਰ ਸਾਰੇ ਸਰੋਤੇ ਪ੍ਰੇਮੀ ਜਨ ਬੜੇ ਵਜਦ ਦੇ ਵਿੱਚ ਆਏ, ਬੜੇ ਆਨੰਦ ਵਿੱਚ ਆਏ। ਇੰਨਾ ਆਨੰਦ ਭਾਈ ਗੁਰਬਖਸ਼ ਸਿੰਘ ਜੀ ਨੂੰ ਆਇਆ ਕਿ ਸਤਿਗੁਰੂ ਜੀ ਦੇ ਦਰਬਾਰ ਵਿੱਚ ਬੈਠਿਆਂ ਦੀ ਸਮਾਧੀ ਲੱਗ ਗਈ, ਚੁੱਪ ਕਰ ਰਹੇ। ਸੋ ਇੱਥੋਂ ਤੱਕ ਆਪਾਂ ਸਰਵਣ ਕੀਤਾ ਸੀ ਕਿ ਭਾਈ ਸਾਹਿਬ ਜੀ ਸਮਾਧੀ ਵਿੱਚ ਬੈਠੇ ਹੋਏ ਕਿਵੇਂ ਉਹ ਗੁਪਤ ਰਸ, ਨਾਮ ਦਾ ਰਸ ਮਾਣ ਰਹੇ ਹੈ। ਅਤੇ ਇੱਥੋਂ ਤੱਕ ਇਸ ਅਧਿਆਏ ਦੀ ਸਮਾਪਤੀ ਵੀ ਹੋ ਚੁੱਕੀ ਸੀ। ਅੱਗੇ ਜਿਵੇਂ ਸਤਿਗੁਰਾਂ ਦਾ ਸੋਹਣਾ ਸੁੰਦਰ ਦਰਬਾਰ ਫਿਰ ਸਜਿਆ ਹੈ। ਕਈ ਦਿਨਾਂ ਬਾਅਦ ਦੀ ਗੱਲ ਹੈ, ਸਤਿਗੁਰੂ ਜੀ ਦਰਬਾਰ ਵਿੱਚ ਬੈਠੇ ਹਨ ਅਤੇ ਜਿਵੇਂ ਗੁਰੂ ਕੀਆਂ ਸੰਗਤਾਂ ਕੋਈ ਸਵਾਲ ਕਰਦੀਆਂ ਸਤਿਗੁਰੂ ਜੀ ਰਹਿਤ ਮਰਿਆਦਾ ਬਾਰੇ, ਖਾਲਸੇ ਦੀ ਰਹਿਣੀ ਬਾਰੇ ਅਤੇ ਹੋਰ ਮਤਾਂ ਨੂੰ ਜਾਂ ਬ੍ਰਾਹਮਣਾਂ ਨੂੰ, ਉਹਨਾਂ ਨੂੰ ਨਹੀਂ ਪੂਜਣਾ, ਇਹ ਸਾਰੇ ਬਚਨ ਕਰਦੇ ਆ। ਆਓ ਬੜੇ ਪਿਆਰ ਨਾਲ ਵਿਸਥਾਰ ਸਾਹਿਤ ਜਿਵੇਂ ਭਾਈ ਸਾਹਿਬ ਜੀ ਨੇ ਲਿਖਿਆ, ਭਾਈ ਸੰਤੋਖ ਸਿੰਘ ਜੀ ਦੀ ਕਲਮ ਤੋਂ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਏਕ ਗਗਨ ਕੀਤੇ ਮਹਾਰਾਜ ਬੈਠੇ ਸਭਾ ਵਿਚਾਰ। ਇਸ ਪ੍ਰਕਾਰ ਭਾਈ ਸਾਹਿਬ ਜੀ ਕਹਿੰਦੇ ਕਈ ਦਿਨ ਬਤੀਤ ਹੋ ਗਏ ਅਤੇ ਇੱਕ ਦਿਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖ ਸੰਗਤਾਂ ਦੇ ਵਿੱਚ, ਆਪਣੀ ਸਭਾ ਦੇ ਵਿੱਚ, ਆਪਣੇ ਦਰਬਾਰ ਦੇ ਵਿੱਚ, ਦੀਵਾਨ ਦੇ ਵਿੱਚ ਸਜੇ ਬੈਠੇ ਹਨ। ਸਤਿਗੁਰਾਂ ਦਾ ਸੋਹਣਾ ਸੁੰਦਰ ਦੀਵਾਨ ਸਜਿਆ ਹੋਇਆ। ਦੀਵਾਨ ਦੇ ਵਿੱਚ ਰਬਾਬੀ ਸਿੰਘ, ਕੀਰਤਨੀਏ ਸਿੰਘ ਤੰਤੀ ਸਾਜ਼ਾਂ ਦੇ ਨਾਲ ਗੁਰੂ ਕੀ ਬਾਣੀ ਦਾ ਕੀਰਤਨ ਸ਼ਬਦਾਂ ਨੂੰ ਸੁੰਦਰ ਰਾਗ ਦੇ ਵਿੱਚ, ਸੁੰਦਰ ਧੁਨਾਂ ਦੇ ਵਿੱਚ ਪਾ ਕਰਕੇ ਉਚਾਰ ਰਹੇ ਹਨ, ਕੀਰਤਨ ਕਰ ਰਹੇ ਹਨ ਪ੍ਰੇਮ ਸਹਿਤ। ਭਾਈ ਰਾਮ ਕੋਇਰ ਜੀ ਉਸ ਵੇਲੇ
ਉਹਨਾਂ ਦੀ ਸੁਰਤ ਵਾਪਸ ਪਰਤੀ ਸੰਸਾਰ ਦੇ ਵੱਲ। ਉਹਨਾਂ ਨੇ ਸਮਾਧੀ ਨੂੰ ਤਿਆਗਿਆ, ਸਮਾਧੀ ਤੋਂ ਉਥਾਨ ਹੋਏ। ਹਿਰਦੇ ਧਿਆਨ ਤਰ ਗੁਰੂ ਅਗਾਧ। ਕਿਉਂਕਿ ਹਿਰਦੇ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰਿਆ ਹੋਇਆ ਸੀ, ਉਸ ਧਿਆਨ ਵਿੱਚ ਜੁੜੇ ਬੈਠੇ ਸਨ। ਫਿਰ ਜਦੋਂ ਸਮਾਧੀ ਤੋਂ ਉਥਾਨ ਹੋਏ, ਫਿਰ ਵੀ ਅਗਾਧ ਸਤਿਗੁਰੂ ਜੀ, ਜਿਨ੍ਹਾਂ ਦਾ ਆਦਿ ਕੋਈ ਨਹੀਂ ਪਾ ਸਕਦਾ, ਥਾਂ ਕੋਈ ਨਹੀਂ ਪਾ ਸਕਦਾ, ਐਸੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਧਿਆਨ ਹਿਰਦੇ ਵਿੱਚ ਰੱਖਿਆ। ਸਿੱਖ ਸੰਗਤ ਤਨ ਸਿੰਘ ਜੇ ਸਰੋਤਾ। ਸਮੁੱਚੀ ਸਿੱਖ ਸੰਗਤ ਔਰ ਗੁਰੂ ਕੇ ਸਿੰਘ ਔਰ ਹੋਰ ਜਿੰਨੇ ਸੁਣਨ ਵਾਲੇ ਸਰੋਤੇ ਹਨ, ਸੁਣ ਸੁਣ ਸਭ ਕੇ ਆਨੰਦ ਦੋਤਾ। ਸਤਿਗੁਰਾਂ ਦੇ ਸੁੰਦਰ ਬਚਨ ਸੁਣ ਕੇ, ਸਤਿਗੁਰਾਂ ਦੀ ਸੋਹਣੀ ਕਥਾ ਸੁਣ ਕੇ, ਸਾਰਿਆਂ ਨੂੰ ਸੁਣ ਸੁਣ ਕੇ ਮਨ ਦੇ ਵਿੱਚ ਬੜਾ ਆਨੰਦ ਪ੍ਰਸੰਨਤਾ ਪ੍ਰਾਪਤ ਹੋ ਰਹੀ ਹੈ। ਸਤਿਗੁਰ ਕਥਾ ਕਰਨ ਲਗ ਭਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਥਾ ਭਾਈ ਰਾਮ ਕੋਇਰ ਜੀ ਕਿਉਂਕਿ ਸੰਗਤਾਂ ਨੂੰ ਸੁਣਾ ਰਹੇ ਸਨ, ਫਿਰ ਸਮਾਧੀ ਵਿੱਚ ਬੈਠ ਗਏ ਅਤੇ ਭਾਈ ਸਾਹਿਬ ਸਿੰਘ ਜੀ ਲਖਾਰੀ ਉਹ ਲਿਖ ਰਹੇ ਸਨ। ਭਾਈ ਰਾਮ ਕੋਇਰ ਜੀ ਕਹਿੰਦੇ ਦੁਬਾਰਾ ਗੁਰੂ ਕੀਆਂ ਸੰਗਤਾਂ ਨੂੰ ਸਤਿਗੁਰਾਂ ਦੀ ਸੁੰਦਰ ਕਥਾ ਸੁਣਾਉਣ ਲੱਗੇ। ਗੁਰ ਸੇਵਕ ਕੇ ਤਨ ਮਨ ਭਾਏ। ਉਹ ਕਥਾ ਜਿਹੜੀ ਗੁਰੂ ਦੇ ਸੇਵਕਾਂ ਨੂੰ, ਗੁਰੂ ਦੇ ਸਿੱਖਾਂ ਨੂੰ, ਗੁਰੂ ਕੀਆਂ ਸੰਗਤਾਂ ਨੂੰ ਤਨ ਮਨ ਦੇ ਵਿੱਚ ਭਾਉਂਦੀ ਹੈ, ਚੰਗੀ ਲੱਗਦੀ ਹੈ। ਭਗਤ ਗਿਆਨ ਤੇ ਪੂਰਨ ਜੋਏ। ਔਰ ਉਹ ਸਤਿਗੁਰਾਂ ਦੀ ਸੁੰਦਰ ਕਥਾ ਜਿਹੜੀ ਭਗਤੀ ਅਤੇ ਬ੍ਰਹਮ ਗਿਆਨ ਦੇ ਨਾਲ ਪੂਰਨ ਹੈ। ਸਿੱਖੀ ਆਰ ਵਿਰਾਗ ਮੈਂ ਭੋਏ। ਹਾਂ, ਜਿਹੜੀ ਕਿ ਗੁਰਸਿੱਖੀ ਦੀ ਦ੍ਰਿੜਤਾ ਕਰਾਉਣ ਵਾਲੀ ਹੈ, ਵਿਰਾਗ ਉਤਪੰਨ ਕਰਨ ਵਾਲੀ ਹੈ। ਸੋ ਸਿੱਖੀ ਸਿਧਾਂਤਾਂ ਅਤੇ ਵਿਰਾਗ ਤਿਆਗ ਦੇ ਨਾਲ ਜਿਹੜੀ ਸਤਿਗੁਰਾਂ ਦੀ ਸੁੰਦਰ ਕਥਾ ਮਿਲੀ ਹੋਈ ਹੈ। ਸੱਦੂ ਮੱਦੂ ਦੋਨੋਂ ਭਰਾਤਾ। ਸੱਦੂ ਜੀ, ਭਾਈ ਸੱਦੂ ਜੀ ਅਤੇ ਭਾਈ ਮੱਦੂ ਜੀ, ਇਹ ਦੋਵੇਂ ਸਕੇ ਭਰਾ ਹਨ। ਗਾਵੇਂ ਰਾਗ ਸੁਰਨ ਕੇ ਗਿਆਤਾ। ਸਤਿਗੁਰਾਂ ਦੇ ਦਰਬਾਰ ਦੇ ਵਿੱਚ ਕੀਰਤਨ ਕਰਦੇ ਹਨ, ਰਾਗਾਂ ਦੇ ਵਿੱਚ ਗੁਰੂ ਕੀ ਬਾਣੀ ਦਾ ਕੀਰਤਨ ਕਰਦੇ ਹਨ। ਔਰ ਸੁਰਨ ਕੇ ਗਿਆਤਾ, ਸੁਰਾਂ ਦੇ ਬੜੇ ਗਿਆਤਾ ਹਨ। ਸੁਰ ਤਾਲ ਇਹਨਾਂ ਨੂੰ ਚੰਗੀ ਤਰ੍ਹਾਂ ਆਉਂਦਾ ਹੈ। ਸੱਤੇ ਸੁਰਾਂ ਇਹਨਾਂ ਨੇ ਸਿੱਧ ਕੀਤੀਆਂ ਹੋਈਆਂ। ਰਬਾਬ ਦੇ, ਤੰਤੀ ਸਾਜ਼ਾਂ ਦੇ ਚੰਗੇ ਜਾਣੂ ਹਨ। ਔਰ ਇਸੇ ਤਰ੍ਹਾਂ ਰਾਗ ਦੀ ਵੀ ਸੋਝੀ ਹੈ, ਰਾਗ ਦੀ ਵੀ ਸਮਝ ਹੈ, ਕਿਉਂਕਿ ਗੁਰੂ ਕੀ ਬਾਣੀ ਰਾਗਾਂ ਦੇ ਵਿੱਚ ਉਚਾਰਨ ਕੀਤੀ ਹੋਈ ਹੈ। 31 ਰਾਗ ਹਨ। ਸ੍ਰੀ ਰਾਗ, ਮਾਝ ਗੌੜੀ, ਆਸਾ ਸੰਗ, ਭਈ ਬੌਰੀ, ਗੁਜਰੀ, ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ। ਵਡ ਹੰਸ, ਸੋਰਠ, ਧਨਾਸਰੀ ਤੇ ਜੈਤਸਰੀ, ਟੋਡੀ ਤੇ ਬੈਰਾੜੀ, ਉਹ ਤਲੰਗ ਸੂਹੀ ਛਾਇਓ ਹੈ। ਇਸ ਪ੍ਰਕਾਰ 31 ਰਾਗ। ਸੋ 31 ਰਾਗ ਜਿਹੜੇ ਜੈਜਾਵੰਤੀ ਤੱਕ ਹਨ। 31 ਰਾਗਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਸ਼ਬਦ ਉਚਾਰਨ ਕੀਤੇ ਹੈ। ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਗੁਰੂ ਕੀ ਬਾਣੀ ਲਿਖੀ ਹੈ, ਪਹਿਲਾ ਸਰੂਪ ਲਿਖਾਇਆ ਰਾਮਸਰ ਸਾਹਿਬ ਦੀ ਧਰਤੀ ਦੇ ਉੱਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਖਾਰੀ ਲਾ ਕੇ, ਧੰਨ ਲਖਾਰੀ ਨਾਨਕਾ। ਸੋ ਧੰਨ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਆਪਣੀ ਕਲਮ ਤੋਂ ਸਤਿਗੁਰਾਂ ਦੀ ਬਾਣੀ ਨੂੰ ਲਿਖਿਆ ਹੈ, ਲਿਖਣ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਸੰਸਾਰ ਦੇ ਉੱਤੇ, ਦੁਨੀਆ ਦੇ ਉੱਤੇ ਬਹੁਤ ਵੱਡਾ ਪਰ ਉਪਕਾਰ ਕਰ ਦਿੱਤਾ। ਧੰਨ ਕਹੋ ਗੁਰੂ ਅਰਜਨ ਕਉ, ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ। ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕੈ, ਗ੍ਰੰਥ ਕੀਓ ਹੈ ਸੁਮੇਰ ਸਮਾਨਾ। ਜਿਵੇਂ ਸੁਮੇਰ ਪਰਬਤ, ਸੁਮੇਰ ਨਾਂ ਦਾ ਪਹਾੜ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਗਿਣਿਆ ਜਾਂਦਾ ਨਾ, ਇਸੇ ਤਰ੍ਹਾਂ ਦੁਨੀਆ ਵਿੱਚ ਗ੍ਰੰਥ ਤਾਂ ਬਹੁਤ ਹਨ, ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹ ਸੁਮੇਰ ਪਰਬਤ ਦੀ ਤਰ੍ਹਾਂ ਸਭ ਤੋਂ ਸਰੋਮਣ ਹਨ, ਸਭ ਤੋਂ ਉਚੇਰੇ ਹਨ, ਉੱਚਾ ਰੁਤਬਾ ਹੈ। ਗ੍ਰੰਥਾਂ ਦੇ ਵਿੱਚੋਂ ਜੇ ਸਿਰਫ ਪੁਸਤਕਾਂ ਦੀ ਗੱਲ ਕਰੀਏ ਤੇ ਗੁਰੂ ਹੋਣ ਕਰਕੇ ਤਾਂ ਵਡੇਰੇ ਹੈਗੇ ਹੀ ਹੈਗੇ ਆ, ਪਰ ਰਚਨਾ ਦੇ ਪੱਖ ਤੋਂ ਵੀ ਜੇ ਵੇਖਿਆ ਜਾਵੇ, ਇੰਨੇ ਰਾਗਾਂ ਦੇ ਵਿੱਚ, ਇੰਨੀਆਂ ਵੰਨਗੀਆਂ ਦੇ ਵਿੱਚ ਸ਼ਬਦ, ਉਹਨਾਂ ਦਾ ਉਚਾਰਨ ਕਰਨਾ, ਉਹਨਾਂ ਨੂੰ ਤਰਤੀਬਵਾਰ ਲਿਖਾਉਣਾ, 22 ਵਾਰਾਂ ਲਿਖੀਆਂ, ਜਿਨ੍ਹਾਂ ਦੇ ਵਿੱਚੋਂ 9 ਵਾਰਾਂ ਦੇ ਉੱਤੇ ਯੋਧਿਆਂ ਸੂਰਮਿਆਂ ਦੀਆਂ ਧੁਨਾਂ ਚੜਾਉਣੀਆਂ। ਸੋ ਬਹੁਤ ਸਾਰੀ ਬਾਣੀ ਜਿਹੜੀ ਰਾਗ ਮੁਕਤ ਹੈ, ਰਾਗ ਰਹਿਤ ਨਹੀਂ, ਰਾਗ ਮੁਕਤ ਕਵਾਂਗੇ। ਰਾਗ ਮੁਕਤ ਤੋਂ ਭਾਵ ਹੁੰਦਾ ਹੈ ਕਿ ਜਿਸ ਬਾਣੀ ਦੇ ਉੱਤੇ, ਜਿਸ ਰਚਨਾ ਦੇ ਉੱਤੇ ਰਾਗ ਦੀ ਕੋਈ ਬੰਦਿਸ਼ ਨਹੀਂ ਹੈ, ਕਿਉਂਕਿ ਜਿਹੜੀ ਰਾਗ ਦੇ ਵਿੱਚ ਹੈ
ਉਹ ਤਾਂ ਬੰਦਿਸ਼ ਦੇ ਵਿੱਚ ਗਾਈ ਜਾਏਗੀ ਨਾ, ਕਿ ਜਿਹੜਾ ਰਾਗ ਆ ਉਹਦੇ ਵਿੱਚ ਹੀ ਗਾਇਨ ਕੀਤੀ ਜਾਵੇ। ਖੈਰ ਅੱਜ ਇਹ ਵੀ ਅਫਸੋਸ ਹੈ ਕਿ ਸਾਡੇ ਬਹੁਤ ਸਾਰੇ ਜਿਹੜੇ ਰਾਗੀ ਸਿੰਘ ਹੈ ਉਹ ਰਾਗ ਵਿਦਿਆ ਨੂੰ ਛੱਡ ਕੇ ਉਹ ਫਿਲਮੀ ਟਿਊਨਾਂ ਦੇ ਉੱਤੇ, ਗੀਤਾਂ ਦੀਆਂ ਤਰਜ਼ਾਂ ਦੇ ਉੱਤੇ ਅਤੇ ਉਹ ਰੀਤਾਂ ਦੇ ਇਸ ਤਰੀਕੇ ਦੇ ਨਾਲ ਉਹ ਸ਼ਬਦਾਂ ਨੂੰ ਗਾਇਨ ਕਰਨ ਲੱਗ ਪਏ ਹੈ। ਪਰ ਜੋ ਅਸਲ ਦੇ ਵਿੱਚ ਗੁਰੂ ਕੀ ਬਾਣੀ ਦਾ ਕੀਰਤਨ ਹੈ ਉਹ ਰਾਗ ਦੇ ਵਿੱਚ ਹੀ ਹੋਣਾ ਚਾਹੀਦਾ। ਜਿਹੜੇ ਰਾਗ ਦੇ ਗਿਆਤਾ ਹੈ ਉਹ ਇਹਨਾਂ ਗੱਲਾਂ ਨੂੰ ਬਾਖੂਬੀ ਸਮਝਦੇ ਹੈ। ਔਰ ਬਹੁਤ ਵੱਡੇ ਵੱਡੇ ਜਿਹੜੇ ਰਾਗੀ ਸਿੰਘ ਸਾਹਿਬਾਨ ਸਾਡੇ ਗੁਰੂ ਘਰਾਂ ਦੇ ਵਿੱਚ ਉਹਨਾਂ ਨੇ ਅਥਾਹ ਸੇਵਾ ਕੀਤੀ ਹੈ, ਕਰ ਰਹੇ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕਰਦੇ ਵੀ ਰਹਿਣਗੇ। ਕਿਉਂਕਿ ਕਿਸੇ ਵੀ ਵਿਦਿਆ ਦਾ ਜੋ ਸਤਿਗੁਰਾਂ ਨੇ ਪ੍ਰਪਾਟੀ ਚਲਾ ਦਿੱਤੀ ਹੈ ਉਹਦਾ ਅੰਤ ਤਾਂ ਨਹੀਂ ਹੁੰਦਾ, ਉਹ ਉਤਰਾਅ ਚੜ੍ਹਾਅ ਚਲੋ ਖੈਰ ਆਉਂਦੇ ਰਹਿੰਦੇ ਹੈ। ਸੋ ਜਦੋਂ ਗੁਰੂ ਕੇ ਰਾਗੀ ਸਿੰਘਾਂ ਦੀ ਗੱਲ ਹੁੰਦੀ ਹੈ ਅਤੇ ਉਸ ਵੇਲੇ ਸੱਚਖੰਡ ਵਾਸੀ ਸਤਿਕਾਰਯੋਗ ਪੰਥ ਰਤਨ ਭਾਈ ਸਾਹਿਬ ਭਾਈ ਪਦਮ ਸ਼੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਦਾ ਨਾਮ ਜ਼ਰੂਰ ਸਾਡੇ ਜ਼ਿਹਨ ਦੇ ਵਿੱਚ ਆਵੇਗਾ, ਜ਼ਰੂਰ ਸਾਡੇ ਚੇਤਿਆਂ ਵਿੱਚ ਆਵੇਗਾ। ਕਿਉਂਕਿ ਪਿਛਲੇ ਵਰ੍ਹੇ ਦੇ ਵਿੱਚ ਹੀ ਭਾਈ ਸਾਹਿਬ ਜੀ ਇੱਕ ਇਹ ਜਿਹੜੀ ਕਰੋਨਾ ਦੀ ਬਿਮਾਰੀ ਕਾਰਨ ਜਿਹੜਾ ਡਾਕਟਰਾਂ ਨੇ ਦੱਸਣ ਮੁਤਾਬਕ ਉਹ ਚੜ੍ਹਾਈ ਕਰ ਗਏ। ਬਾਕੀ ਹਾਲਾਤ ਕੀ ਵਾਪਰੇ ਉਹ ਤਾਂ ਪਰਮੇਸ਼ਰ ਵਾਹਿਗੁਰੂ ਜਾਣਦਾ, ਜਾਂ ਭਾਈ ਨਿਰਮਲ ਸਿੰਘ ਜੀ ਜਾਣਦੇ ਹੋਣਗੇ, ਜੋ ਕਿ ਉਹਨਾਂ ਦੇ ਚਲੇ ਜਾਣ ਦੇ ਨਾਲ ਇੱਕ ਰਾਜ ਹੀ ਰਹਿ ਗਿਆ। ਪਰ ਜੋ ਸੰਗਤਾਂ ਵਿੱਚ ਪ੍ਰਚਲਿਤ ਹੈ ਕਿ ਉਹ ਕਰੋਨਾ ਦੀ ਬਿਮਾਰੀ ਦੇ ਕਾਰਨ ਉਹਨਾਂ ਦਾ ਜਿਹੜਾ ਅੰਤ ਹੋਇਆ, ਅਤੇ ਉਸ ਤੋਂ ਬਾਅਦ ਗੁਰੂ ਕੇ ਰਾਗੀ ਸਿੰਘ ਦਾ ਜਿਹੜਾ ਹਮੇਸ਼ਾ ਰਾਗ ਦੇ ਵਿੱਚ ਗਾਇਨ ਕਰਦਾ ਸੀ ਔਰ ਅਨੇਕਾਂ ਨੂੰ ਗੁਰੂ ਕੀ ਬਾਣੀ ਦਾ ਰਾਗਬੱਧ ਕੀਰਤਨ ਸਿਖਾਉਣ ਦੀ ਜਿਨ੍ਹਾਂ ਨੇ ਸੇਵਾ ਕੀਤੀ, ਮਹਾਨ ਪਰ ਉਪਕਾਰ ਕੀਤਾ, ਉਹਨਾਂ ਦਾ ਅੰਤਮ ਸਮਾਂ ਜਿਵੇਂ ਬੀਤਿਆ, ਅੰਤਮ ਸਮੇਂ ਚੜ੍ਹਾਈ ਕਰਨ ਤੋਂ ਬਾਅਦ ਜੋ ਹਾਲਾਤ ਵਾਪਰੇ ਉਹ ਆਪ ਸਭ ਨੂੰ ਪਤਾ ਹੈ। ਖੈਰ ਉਹਨਾਂ ਦਾ ਜ਼ਿਕਰ ਕਰਨਾ ਇੱਥੇ ਵਾਜਬ ਵੀ ਨਹੀਂ ਹੈ ਹੁਣ, ਕਿਉਂਕਿ ਗੁਰੂ ਕੀ ਬਾਣੀ ਦੀ ਕਥਾ ਨੂੰ ਆਪਾਂ ਅਗਾਂਹ ਤੋਰਨਾ ਹੈ। ਸੋ ਬਹੁਤ ਮਹਾਨ ਮੇਰੇ ਤਾਂ ਖਿਆਲ ਦੇ ਵਿੱਚ ਆ ਗਿਆ ਜਦੋਂ ਆਪਾਂ ਮਹਾਨ ਰਾਗੀਆਂ ਦੀ ਗੱਲ ਕਰਦੇ ਹਾਂ, ਰਾਗ ਗਾਇਨ ਦੀ ਗੱਲ ਕਰਦੇ ਹਾਂ ਨਾ, ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਕਿਤੇ ਰਾਗ ਦੇ ਗਾਇਨ ਦੀ ਗੱਲ ਹੋਵੇਗੀ ਤੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਦਾ ਨਾਮ ਉਸੇ ਹੀ ਪਿਆਰ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੇ ਸਿੱਖ ਤੇ ਵਿਸ਼ੇਸ਼ ਕਰਕੇ ਜਿਹੜੇ ਰਾਗ ਵਿਦਿਆ ਦੇ ਜਾਣੂ ਹੈ ਨਾ, ਰਾਗ ਵਿਦਿਆ ਦੇ ਕਦਰਦਾਨ ਹੈ, ਉਹਨਾਂ ਦੇ ਵਿੱਚ ਲਿਆ ਜਾਵੇਗਾ। ਉਹ ਚਾਹੇ ਗੁਰੂ ਕੇ ਬਾਣੀ ਦਾ ਕੀਰਤਨ ਕਰਨ ਵਾਲੇ ਹੋਣ, ਚਾਹੇ ਕੋਈ ਹੋਰ ਦੂਜੇ ਧਰਮਾਂ ਵਾਲੇ ਜਿਹੜੇ ਰਾਗ ਦੇ ਗਿਆਤਾ ਹਨ, ਉਹ ਅੱਜ ਵੀ ਉਹਨਾਂ ਦਾ ਬੜਾ ਮਾਣ ਸਤਿਕਾਰ ਕਰਦੇ ਹੈ ਅਤੇ ਔਰ ਕਰਦੇ ਰਹਿਣਗੇ। ਸੋ ਸਤਿਗੁਰਾਂ ਦੀ ਬਾਣੀ ਰਾਗ ਦੇ ਵਿੱਚ 30 ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਦਿ ਬੀੜ ਦੀ ਜਿਹੜੀ ਪਹਿਲੀ ਬੀੜ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖਾਈ ਸੀ, ਉਸ ਵੇਲੇ 30 ਰਾਗਾਂ ਵਿੱਚ ਬਾਣੀ ਦਾ ਉਚਾਰਨ ਕੀਤਾ ਗਿਆ। ਔਰ 31ਵਾਂ ਰਾਗ ਜਜਾਵੰਤੀ ਰਾਗ ਹੈ ਜਿਹੜਾ, ਇਹ 10ਵੇਂ ਪਾਤਸ਼ਾਹ ਜੀ ਨੇ ਸੋ ਇਹ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਸ਼ਾਮਲ ਕਰਵਾਇਆ। ਜਦੋਂ ਧੀਰਮਲ ਜੀ ਨੇ ਗੁਰੂ ਕਾ ਸਰੂਪ ਦੇਣ ਤੋਂ, ਬੀੜ ਦੇਣ ਤੋਂ ਮਨਾ ਕਰ ਦਿੱਤਾ ਸੀ ਅਤੇ ਤਾਨਾ ਮਾਰਿਆ ਸੀ ਕਿ ਜੇ ਗੁਰੂ ਸਮਰੱਥ ਹੈ ਅਤੇ ਉਹਨਾਂ ਹੀ ਪਹਿਲੀਆਂ 9 ਪਾਤਸ਼ਾਹੀਆਂ ਦੀ ਜੋਤ ਗੁਰੂ ਨਾਨਕ ਦੀ ਜੋਤ ਕਹਾਉਂਦੇ ਹੈ ਤਾਂ ਉਹ ਆਪ ਬਾਣੀ ਕਿਉਂ ਨਹੀਂ ਰਚ ਲੈਂਦੇ। ਤਾਂ ਸਤਿਗੁਰੂ ਨੇ ਸੰਗਤਾਂ ਦਾ ਸ਼ੰਕਾ ਨਿਵਰਤ ਕਰਨ ਹਿੱਤ ਫਿਰ ਆਪ ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ 1430 ਅੰਗ ਸੰਪੂਰਨ ਗੁਰੂ ਕੀ ਬਾਣੀ 31 ਰਾਗਾਂ ਦੇ ਵਿੱਚ ਉਚਾਰਨ ਕੀਤੀ। ਔਰ ਵਿੱਚ ਜਿਹੜੀ ਰਾਗ ਮੁਕਤ ਬਾਣੀ ਹੈ, ਰਾਗ ਮੁਕਤ ਬਾਣੀ ਦਾ ਮਤਲਬ ਹੁੰਦਾ ਹੈ ਕਿ ਜਿਹਦੇ ਉੱਤੇ ਰਾਗ ਦੀ ਬੰਦਿਸ਼ ਨਹੀਂ, ਵੀ ਇਹਨੂੰ ਇਸੇ ਰਾਗ ਵਿੱਚ ਹੀ ਗਾਇਨ ਕਰਨਾ ਹੈ। ਰਾਗ ਰਹਿਤ ਅਤੇ ਰਾਗ ਮੁਕਤ ਦੋਵਾਂ ਦਾ ਫਰਕ ਹੈ। ਰਾਗ ਰਹਿਤ ਕਹਿ ਸਕਦੇ ਹਾਂ ਵੀ ਜਿਹਦੇ ਉੱਤੇ ਰਾਗ ਕੋਈ ਲੱਗਦਾ ਹੀ ਨਹੀਂ, ਪਰ ਰਾਗ ਮੁਕਤ ਉਹ ਹੈ ਜਿਹੜੀ ਰਾਗ ਦੀ ਬੰਦਿਸ਼ ਤੋਂ ਸੁਤੰਤਰ ਹੈ, ਮੁਕਤ ਹੈ, ਆਜ਼ਾਦ ਹੈ, ਉਹਨੂੰ ਕਿਸੇ ਵੀ ਰਾਗ ਦੇ ਵਿੱਚ ਗਾਇਨ ਕੀਤਾ ਜਾ ਸਕਦਾ ਹੈ। ਸੋ ਰਾਗ ਮੁਕਤ ਬਾਣੀ ਵੀ ਉਚਾਰਨ ਕੀਤੀ। ਸੋ ਇਹਨਾਂ ਬਾਣੀਆਂ ਦਾ, ਸਤਿਗੁਰੂ ਦੀਆਂ ਰਚਨਾਵਾਂ ਦਾ, ਔਰ ਸਤਿਗੁਰੂ ਸਾਹਿਬਾਨ ਜੀ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ, ਭਾਈ ਨੰਦ ਲਾਲ ਜੀ ਦੀ ਬਾਣੀ, ਭਾਈ ਗੁਰਦਾਸ ਜੀ ਦੀ ਬਾਣੀ, ਇਹਨਾਂ ਬਾਣੀਆਂ ਦਾ ਕੀਰਤਨ ਗੁਰੂ ਘਰ ਵਿੱਚ ਪ੍ਰਮਾਣਿਤ ਹੈ, ਕੀਤਾ ਜਾ ਸਕਦਾ ਹੈ। ਹੋਰ ਕਿਸੇ ਰਚਨਾ ਦਾ ਕੀਰਤਨ ਜਿਹੜਾ ਹੈ ਉਹ ਗੁਰੂ ਘਰ ਦੇ ਵਿੱਚ ਪ੍ਰਵਾਨ ਨਹੀਂ ਹੈ। ਆਪਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਵੇਖਦੇ ਹਾਂ, ਜਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਕੀਰਤਨ ਹੁੰਦਾ ਹੈ, ਜਾਂ ਦਸਮ ਦੀ ਬਾਣੀ ਦਾ, ਜਾਂ ਭਾਈ ਨੰਦ ਲਾਲ ਸਾਹਿਬ ਜੀ ਦੀ ਬਾਣੀ ਦੇ ਸ਼ਬਦਾਂ ਦਾ ਗਾਇਨ ਕੀਤਾ ਜਾਂਦਾ ਹੈ, ਜਾਂ ਭਾਈ ਗੁਰਦਾਸ ਸਾਹਿਬ ਜੀ ਦੀਆਂ ਰਚਨਾਵਾਂ ਦਾ, ਇਸ ਤੋਂ ਬਿਨਾਂ ਨਹੀਂ। ਸੋ ਇਹ ਜਿਹੜੇ ਰਾਗੀ ਸਿੰਘ ਹਨ,
ਗੁਰੂ ਕੇ ਦਰਬਾਰ ਦੇ ਵਿੱਚ ਸੇਵਾ ਕਰਨ ਵਾਲੇ ਭਾਈ ਸੱਧੂ ਜੀ, ਭਾਈ ਮੱਧੂ ਜੀ, ਦੋਨੋਂ ਸਕੇ ਭਰਾ, ਇਹ ਸੁਰਾਂ ਦੇ ਬੜੇ ਗਿਆਤਾ ਹਨ, ਰਾਗ ਦੇ ਸੁਰ ਤਾਲ ਦੇ ਬੜੇ ਪੱਕੇ ਹਨ, ਗੁਰੂ ਕੀ ਬਾਣੀ ਦਾ ਕੀਰਤਨ ਰਾਗਬੱਧ ਕਰਦੇ ਹਨ। ਕਰੀ ਬਿਲਾਵਲ ਚੌਂਕੀ ਚਾਰ। ਹਾਂ, ਸਵੇਰ ਦਾ ਵੇਲਾ ਹੈ ਤੇ ਬਿਲਾਵਲ ਦੀ ਚੌਂਕੀ, ਸੁੰਦਰ ਚੌਂਕੀ ਇਹਨਾਂ ਨੇ ਸੰਪੂਰਨ ਕੀਤੀ ਹੈ। 7 ਤੋਂ 8 ਵਜੇ ਤੱਕ ਬਿਲਾਵਲ ਰਾਗ ਦੀ ਚੌਂਕੀ ਦਾ ਸਮਾਂ ਹੁੰਦਾ ਹੈ, ਕਿਉਂਕਿ ਆਪਾਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਵੇਖਦੇ ਹਾਂ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਵੱਖ-ਵੱਖ ਚੌਂਕੀਆਂ ਲੱਗਦੀਆਂ, ਵੱਖ-ਵੱਖ ਰਾਗਾਂ ਦੀਆਂ ਚੌਂਕੀਆਂ ਲੱਗਦੀਆਂ। ਇਸੇ ਤਰ੍ਹਾਂ ਆਰਤੀ ਦੀ ਚੌਂਕੀ ਲੱਗਦੀ ਹੈ, ਰਹਿ ਰਾਸ ਦੀ ਚੌਂਕੀ ਲੱਗਦੀ ਹੈ। ਵੱਖ-ਵੱਖ ਚੌਂਕੀਆਂ ਜਿਹੜੀਆਂ ਸ਼ਾਮ ਤੱਕ ਲੱਗਦੀਆਂ ਵੱਖ-ਵੱਖ ਸਮਿਆਂ ਵਿੱਚ। ਕਿਸੇ ਚੌਂਕੀ ਦਾ ਸਮਾਂ 1 ਘੰਟਾ, ਕਿਸੇ ਦਾ ਪੌਣਾ ਘੰਟਾ, ਕਿਸੇ ਦਾ ਅੱਧਾ ਘੰਟਾ, ਕਿਸੇ ਦਾ ਸਵਾ ਘੰਟਾ, 1.5 ਘੰਟਾ, ਅਲੱਗ-ਅਲੱਗ ਸਮੇਂ ਨਿਯਤ ਕੀਤੇ ਹੈ। ਸੋ ਰਾਤ ਤੱਕ, ਦੇਰ ਰਾਤ ਤੱਕ ਇਹ ਸ਼ਬਦ ਚੌਂਕੀਆਂ ਲੱਗਦੀਆਂ। ਅਤੇ ਇਸ ਵੇਲੇ ਕਹਿੰਦੇ ਜਿਸ ਵੇਲੇ ਸਤਿਗੁਰਾਂ ਦਾ ਦਰਬਾਰ ਲੱਗਿਆ ਹੋਇਆ 7 ਤੋਂ 8 ਵਜੇ ਤੱਕ ਦੀ ਜਿਹੜੀ ਚੌਂਕੀ ਹੈ ਬਿਲਾਵਲ ਰਾਗ ਦੀ ਚੌਂਕੀ, ਇਹਨਾਂ ਸੱਧੂ ਜੀ ਅਤੇ ਮੱਧੂ ਜੀ ਦੋਵੇਂ ਰਬਾਬੀਆਂ ਨੇ ਕੀਰਤਨ ਕਰਕੇ ਇਸ ਦੀ ਸੰਪੂਰਨਤਾ ਕੀਤੀ। ਭੋਗ ਪਾਏ ਅਰਦਾਸ ਉਚਾਰ। ਫਿਰ ਜਦੋਂ ਸ਼ਬਦ ਚੌਂਕੀ ਦਾ ਭੋਗ ਪਿਆ ਤੇ ਉਸ ਤੋਂ ਬਾਅਦ ਅਰਦਾਸੀਏ ਸਿੰਘ ਨੇ ਅਰਦਾਸ ਕੀਤੀ, ਕਿਉਂਕਿ ਜਦੋਂ ਵੀ ਸ਼ਬਦ ਚੌਂਕੀ ਦਾ ਭੋਗ ਪੈਂਦਾ ਹੈ ਹਰ ਚੌਂਕੀ ਦੀ ਸਮਾਪਤੀ ਦੇ ਉੱਤੇ ਗੁਰੂ ਕੇ ਰਾਗੀ ਸਿੰਘ ਫਿਰ ਉਹ ਸਮਾਪਤੀ ਕਰਦੇ ਹੈ। ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ, ਇਹ ਸ਼ਬਦ ਪੜ੍ਹਿਆ ਜਾਂਦਾ ਹੈ। ਸ਼ਬਦ ਪੜ੍ਹ ਕੇ ਅੰਤ ਦੇ ਉੱਤੇ ਕਹਿੰਦੇ ਆ ਤੇਰਾ ਨਾਮ ਸਤ ਹੈ। ਫਿਰ ਉਸ ਤੋਂ ਬਾਅਦ ਅਗਲੀ ਜਿਹੜੀ ਸ਼ਬਦ ਚੌਂਕੀ ਆਰੰਭ ਹੁੰਦੀ ਹੈ। ਇਹ ਚੌਂਕੀ ਦਾ, ਬਿਲਾਵਲ ਦੀ ਚੌਂਕੀ ਦਾ ਭੋਗ ਪਿਆ। ਗੁਰੂ ਕੇ ਅਰਦਾਸੀਏ ਸਿੰਘ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਜੇ ਦਰਬਾਰ ਵਿੱਚ ਅਰਦਾਸ ਕੀਤੀ। ਈਸ਼ੇ ਸਿੰਘਨ ਬਿਨਤੀ ਕੀਨਾ। ਜਦੋਂ ਭੋਗ ਪੈ ਗਿਆ, ਸਮਾਪਤੀ ਹੋ ਗਈ, ਅਰਦਾਸ ਹੋ ਗਈ, ਉਸ ਤੋਂ ਬਾਅਦ ਗੁਰੂ ਕੇ ਸਿੰਘਾਂ ਨੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਵਿਨੈ ਕੀਤੀ। ਸਕਲ ਕਲਾ ਸਮਰੱਥ ਪਰਵੀਨਾ। ਹੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ, ਗਰੀਬ ਨਵਾਜ, ਆਪ ਜੀ ਸਕਲ ਕਲਾ ਸਮਰੱਥ ਹੋ। ਆਪ ਜੀ ਹਰ ਤਰ੍ਹਾਂ ਕਰਕੇ ਬਲਵਾਨ ਹੋ, ਹਰ ਤਰ੍ਹਾਂ ਦੀਆਂ ਸ਼ਕਤੀਆਂ ਆਪ ਜੀ ਦੇ ਕੋਲ ਹਨ। ਆਪ ਜੀ ਸਮਰੱਥ ਹੋ, ਯੋਗ ਹੋ, ਹਰ ਪ੍ਰਕਾਰ ਦੀ ਸਮਰੱਥਾ ਯੋਗਤਾ ਆਪ ਜੀ ਦੇ ਪਾਸ ਹੈ। ਸੋ ਇਸੇ ਪ੍ਰਕਾਰ ਪ੍ਰਵੀਨ, ਆਪ ਜੀ ਬੋਲਣ ਦੇ ਵਿੱਚ ਵੀ ਵਕਤੇ ਵੀ ਐਸੇ ਹੋ ਕਿ ਪ੍ਰਵੀਨ ਹੋ, ਸਰਬ ਗੁਣ ਸੰਪੰਨ ਹੋ। ਕਲਮੈ ਕਰਿਓ ਖਾਲਸਾ ਵੀਰਾ। ਹਾਂ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸਰਬ ਕਲਾ ਸਮਰੱਥ ਹੋ, ਪ੍ਰਵੀਨ ਹੋ, ਬੋਲਣ ਦੇ ਵਿੱਚ ਚਤੁਰ ਹੋ। ਆਪ ਜੀ ਨੇ ਕਲਯੁਗ ਦੇ ਸਮੇਂ ਦੇ ਵਿੱਚ ਕਰਿਓ ਖਾਲਸਾ ਵੀਰ, ਆਪ ਜੀ ਨੇ ਸੂਰਬੀਰ ਯੋਧਾ ਖਾਲਸਾ ਪੰਥ ਪੈਦਾ ਕੀਤਾ ਹੈ। ਸਭ ਤੇ ਉੱਤਮ ਗੁਣੀ ਗਹੀਰਾ। ਤੇ ਮਹਾਰਾਜ ਸੱਚੇ ਪਾਤਸ਼ਾਹ ਦੁਨੀਆ ਵਿੱਚ ਪੰਥ ਬਹੁਤ ਹੈ, ਮਤ ਮਤਾਂਤਰ ਬਹੁਤ ਹੈ, ਪਰ ਆਪ ਜੀ ਨੇ ਜਿਹੜਾ ਖਾਲਸਾ ਪੰਥ ਰਚਿਆ ਨਾ ਉਹ ਸਭ ਤੋਂ ਉੱਤਮ ਹੈ ਔਰ ਗੁਣੀ ਗਹੀਰ, ਗੁਣਾਂ ਦਾ ਖਜ਼ਾਨਾ ਹੈ, ਗੁਣਾਂ ਦਾ ਸਾਗਰ ਹੈ। ਔਰ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸਰਬ ਸਰੋਮਣ ਹੋ, ਜਿਵੇਂ ਇਸੇ ਪ੍ਰਕਾਰ ਆਪ ਜੀ ਦਾ ਖਾਲਸਾ ਪੰਥ ਵੀ ਸਰਬ ਸਰੋਮਣ ਹੈ। ਆਪ ਜੀ ਗੁਣਾਂ ਦੇ ਗਹੀਰ ਹੋ, ਗੁਣਾਂ ਦੇ ਖਜ਼ਾਨੇ ਹੋ। ਦੋਹਰਾ ਸਰਬ ਸਿਰੋਮਣ ਖਾਲਸਾ ਰਚਿਓ ਪੰਥ ਸੁਖਦਾਇ। ਮਹਾਰਾਜ ਸੱਚੇ ਪਾਤਸ਼ਾਹ ਜੀਓ, ਆਪ ਜੀ ਨੇ ਕਿਰਪਾ ਕੀਤੀ ਹੈ ਕਿ ਦੁਨੀਆ ਦੇ ਪੰਥਾਂ ਦੇ ਵਿੱਚੋਂ ਸਰਬ ਸਰੋਮਣ, ਸਭ ਤੋਂ ਸਿਰਮੌਰ ਖਾਲਸਾ ਪੰਥ ਆਪ ਜੀ ਨੇ ਰਚਿਆ ਹੈ, ਪ੍ਰਗਟ ਕੀਤਾ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ। ਆਪ ਜੀ ਨੇ ਪਰਮਾਤਮਾ ਦੀ ਮੌਜ ਵਿੱਚ ਜੋ ਅਕਾਲ ਪੁਰਖ ਵਾਹਿਗੁਰੂ ਵੱਲੋਂ ਆਪ ਜੀ ਦੀ ਡਿਊਟੀ ਲੱਗੀ ਸੀ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਿਰ ਨਿਵਾਉਂਦਿਆਂ ਹੋਇਆਂ ਆਪ ਜੀ ਨੇ ਇਹ ਡਿਊਟੀ, ਇਹ ਜ਼ਿੰਮੇਵਾਰੀ ਨੂੰ ਨਿਭਾਇਆ। ਪੰਥ ਚੱਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ ਦੇ ਬਚਨਾਂ ਨੂੰ ਨਿਭਾਇਆ ਹੈ। ਸਰਬ ਸਰੋਮਣ ਖਾਲਸਾ ਪੰਥ ਆਪ ਜੀ ਨੇ ਪੈਦਾ ਕੀਤਾ, ਰਚਿਆ ਹੈ। ਔਰ ਜਿਹੜਾ ਖਾਲਸਾ ਪੰਥ ਦੀਨਾਂ, ਗਰੀਬਾਂ, ਦੁਖੀਆਂ ਦੇ ਵਾਸਤੇ ਸੁਖਦਾਏ, ਸੁਖਦਾਇਕ ਹੈ, ਸੁਖ ਦੇਣ ਵਾਲਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਪੰਥ ਸੰਸਾਰ ਦੇ ਵਿੱਚ, ਜਗਤ ਦੇ ਵਿੱਚ ਬਹੁਤ ਸ਼ੋਭਾ ਪਾ ਰਿਹਾ ਹੈ, ਅਧਿਕ ਸੁਭਾਏ, ਬਹੁਤ ਸ਼ੋਭਾਵਾਨ ਹੋ ਰਿਹਾ ਹੈ, ਬੜੀ ਸ਼ੋਭਾ ਵਾਲਾ ਹੈ ਆਪ ਜੀ ਦਾ ਪੰਥ। ਕਿਉਂ
ਕਿਉਂਕਿ ਬਾਕੀ ਦੇ ਧਰਮਾਂ ਦੇ ਵਿੱਚ ਲੋਕ ਬਹੁਤ ਸਾਰੇ ਨਸ਼ਿਆਂ ਵਿਸ਼ਿਆਂ ਦਾ ਜਿਹੜਾ ਸੇਵਨ ਕਰਦੇ ਹੈ। ਕੋਈ ਸ਼ਰਾਬਾਂ ਪੀ ਜਾਂਦਾ ਹੈ, ਕੋਈ ਭੰਗਾਂ ਖਾਈ ਜਾਂਦਾ ਹੈ, ਕੋਈ ਤੰਬਾਕੂ ਵਰਤੀ ਜਾਂਦਾ ਹੈ, ਅਤੇ ਕੋਈ ਕਿਸੇ ਤਰ੍ਹਾਂ ਦਾ ਅੱਕ ਧਤੂਰਾ ਵਰਤਦਾ ਹੈ, ਕੋਈ ਨਸ਼ੇ ਕਰਦਾ ਹੈ। ਅਤੇ ਪਰ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਕਿੰਨਾ ਸੱਚਾ ਸੁੱਚਾ ਪੰਥ, ਕਿੰਨਾ ਸਾਦਗੀ ਵਾਲਾ ਪੰਥ, ਕਿੰਨਾ ਸਵੱਛਤਾ ਉਜਲਤਾ ਵਾਲਾ ਨਿਰਮਲਤਾ ਵਾਲਾ ਪੰਥ ਆਪ ਜੀ ਨੇ ਮਾਰਿਆ। ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਉਸ ਨਿਰਮਲ ਪੰਥ ਨੂੰ ਖਾਲਸਾ ਪੰਥ ਦਾ ਨਾਂ ਆਪ ਜੀ ਨੇ ਦੇ ਦਿੱਤਾ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਬਹੁਤ ਨਿਰਮਲ ਪੰਥ, ਸ਼ੋਭਾ ਵਾਲਾ ਪੰਥ ਪੈਦਾ ਕੀਤਾ, ਜਿਹੜਾ ਬਿਨ ਇੱਕ ਗੰਦੇ ਧੂਮ ਤੇ, ਜਿਹੜਾ ਗੰਦੇ ਧੂਮਰ ਤੋਂ, ਗੰਦੇ ਧੂਏਂ ਤੋਂ ਰਹਿਤ ਹੈ। ਭਾਵ ਤੰਬਾਕੂ ਦੀ ਜਿਹਦੇ ਵਿੱਚ ਵਰਤੋਂ ਬਿਲਕੁਲ ਵਿਵਰਜਿਤ ਹੈ, ਤੰਬਾਕੂ ਦੀ ਮਨਾਹੀ ਹੈ। ਸੋ ਐਸਾ ਖਾਲਸਾ ਪੰਥ ਜਿਹੜਾ ਤੰਬਾਕੂ ਰਹਿਤ, ਬਹੁਤ ਸ਼ੋਭਾ ਵਾਲਾ ਆਪ ਜੀ ਨੇ ਪੈਦਾ ਕੀਤਾ, ਰਚਿਆ ਹੈ। ਗੁਰੂ ਕੇ ਸਿੱਖ ਬੜੀ ਵੱਡੀ ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ, ਬਹੁਤ ਪ੍ਰੇਮ ਦੇ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ, ਇਹ ਬੇਨਤੀ ਕਰਕੇ ਪੁੱਛਦੇ ਹਨ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਸਿੱਖ ਦੀ ਰਹਿਣੀ ਦਾ ਬਿਰਤਾਂਤ ਦੱਸੋ। ਸਿੱਖ ਦੀ ਰਹਿਣੀ ਬਹਿਣੀ ਕਿਸ ਤਰ੍ਹਾਂ ਦੀ ਹੁੰਦੀ ਹੈ, ਇਹ ਸਾਰਾ ਖੋਲ੍ਹ ਕੇ ਸਪਸ਼ਟ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਕਾ ਸਿੱਖ ਦਾਨ ਪੁੰਨ ਕਿਹਨੂੰ ਦੇਵੇ ਔਰ ਕਿਮ ਰਹੇ, ਕਿਸ ਤਰ੍ਹਾਂ ਦੀ ਰਹਿਣੀ ਦੇ ਵਿੱਚ, ਕਿਸ ਰਹਿਤ ਦੇ ਵਿੱਚ ਗੁਰੂ ਕਾ ਸਿੱਖ ਰਹੇ, ਕਿਸ ਤਰ੍ਹਾਂ ਦਾ ਉਹਦਾ ਜੀਵਨ ਹੋਵੇ, ਕਿਸ ਤਰ੍ਹਾਂ ਦੀ ਨਿਯਮਾਵਲੀ ਹੋਵੇ, ਕਿਸ ਤਰ੍ਹਾਂ ਦੀ ਉਹਦੀ ਜੀਵਨ ਚਰਿਆ ਹੋਵੇ। ਸਵੇਰ ਤੋਂ ਲੈ ਕੇ ਸ਼ਾਮ ਰਾਤ ਵਿਸ਼ਰਾਮ ਤੱਕ ਗੁਰੂ ਕਾ ਸਿੱਖ ਕਿਵੇਂ ਹੰਡੇ ਵਰਤੇ, ਕਿਵੇਂ ਉਹ ਆਪਣੇ ਜੀਵਨ ਦਾ ਨਿਰਵਾਹ ਕਰੇ, ਕਿਵੇਂ ਰਹਿਤ ਵਿੱਚ ਰਹੇ, ਇਹ ਸਭ ਕੁਝ ਖੋਲ੍ਹ ਕੇ ਦੱਸੋ। ਕੈਸੇ ਵਰਤੋਂ ਸੰਤ, ਹੇ ਸ਼ਾਂਤ ਚਿੱਤ ਸਤਿਗੁਰੂ ਸੱਚੇ ਪਾਤਸ਼ਾਹ ਜੀ, ਹੇ ਸੰਤ ਆਤਮਾ ਸਤਿਗੁਰੂ ਸੱਚੇ ਪਾਤਸ਼ਾਹ ਜੀ, ਇਹ ਸਭ ਕੁਝ ਸਾਨੂੰ ਵਿਸਥਾਰ ਸਹਿਤ ਦੱਸੋ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਆਖਿਆ ਕਿ ਖਾਲਸਾ ਜੀ ਧਿਆਨ ਦੇ ਨਾਲ ਸੁਣੋ ਕਿ ਜਿਹੜਾ ਵੀ ਗੁਰੂ ਕਾ ਸਿੱਖ ਕੇਸ ਰੱਖਦਾ ਹੈ ਔਰ ਕੇਸ ਰੱਖਣ ਤੋਂ ਬਾਅਦ ਸਾਬਤ ਸੂਰਤ ਹੋਣ ਤੋਂ ਬਾਅਦ ਖੰਡੇ ਬਾਟੇ ਦੀ ਪਾਹੁਲ ਛਕ ਲੈਂਦਾ, ਪਾਹੁਲੀ ਬਣ ਜਾਂਦਾ, ਖੰਡੇ ਕਾ ਅੰਮ੍ਰਿਤ ਛਕ ਲੈਂਦਾ ਖੰਡੇ ਬਾਟੇ ਦਾ, ਕਹਿੰਦੇ ਉਹ ਗੁਰੂ ਕਾ ਸਿੱਖ ਮੁਕਤ ਹੈ। ਉਹ ਜਨਮ ਮਰਨ ਦੇ ਵਿੱਚ ਨਹੀਂ ਪੈਂਦਾ, ਉਹਨੂੰ ਅਸੀਂ ਮੁਕਤੀ ਬਖਸ਼ਿਸ਼ ਕੀਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਨੀ, ਪੰਜ ਪਿਆਰਿਆਂ ਦੇ ਪਾਸੋਂ ਸਤਿਗੁਰੂ ਕੀ ਬਾਣੀ ਦੇ ਹਜੂਰ, ਗੁਰੂ ਕੇ ਹਜੂਰ ਪੰਜ ਪਿਆਰੇ ਜਦੋਂ ਅੰਮ੍ਰਿਤ ਛਕਾਉਂਦੇ ਹੈ, ਉਹ ਅੰਮ੍ਰਿਤ ਸ਼ਰਧਾ ਭਾਵਨਾ ਦੇ ਨਾਲ ਛਕ ਲੈਣਾ, ਅੰਮ੍ਰਿਤ ਧਾਰੀ ਹੋ ਜਾਣਾ। ਪੀਵੋ ਪਾਹੁਲ ਖੰਡ ਧਾਰ ਹੋਏ ਜਨਮ ਸੁਹਿਲਾ। ਕਹਿੰਦੇ ਐਸਾ ਜਿਹੜਾ ਗੁਰੂ ਕਾ ਸਿੱਖ ਹੈ, ਇਸ ਨਿਯਮ ਨੂੰ ਨਿਭਾਉਂਦਾ, ਕਹਿੰਦੇ ਉਹ ਭਲੀ ਗੱਲ ਹੈ। ਖੰਡੇ ਕੀ ਪਾਹੁਲ ਛਕਣੀ, ਅੰਮ੍ਰਿਤ ਛਕਣਾ, ਕਹਿੰਦੇ ਸਭ ਤੋਂ ਭਲਾ ਹੈ। ਕੈ ਚਰਨਨ ਕੀ ਜੁਗਤ, ਕਹਿੰਦੇ ਬਾਕੀ ਜਿਹੜਾ ਦਲੀਲ ਸਹਿਤ ਆਖਿਆ, ਜੁਗਤੀ ਸਹਿਤ ਆਖਿਆ, ਚਰਨ ਪਾਹੁਲ ਜੋ ਪਹਿਲਾਂ ਰੀਤੀ ਚੱਲਦੀ ਸੀ, ਕਹਿੰਦੇ ਜਿਹੜੀ ਇਹ ਜੁਗਤ ਚੱਲਦੀ ਆਈ ਹੈ ਪਿੱਛੇ, ਪਰਪਾਟੀ ਚੱਲਦੀ ਆਈ ਹੈ, ਜਿਹਨੇ ਚਰਨ ਪਾਹੁਲ ਵੀ ਲਈ ਹੈ ਉਹ ਵੀ ਚੰਗਾ ਹੈ। ਸਤਿਗੁਰੂ ਜੀ ਕਹਿੰਦੇ ਅਸੀਂ ਜੁਗਾਂ ਜੁਗਾਂ ਦੇ ਵਿੱਚ, ਜਾਂ ਯੁੱਗ ਨਾਮ ਦੋ ਦਾ ਵੀ ਹੈ, 2 ਅਤੇ 2 4, 4 ਯੁੱਗ ਹੁੰਦੇ ਆ, ਸਤਿਯੁਗ, ਤ੍ਰੇਤਾ, ਦੁਆਪਰ ਅਤੇ ਕਲਯੁੱਗ। ਕਹਿੰਦੇ ਅਸੀਂ 4 ਯੁੱਗਾਂ ਦੇ ਵਿੱਚ ਹੀ, ਜਾਂ ਜਦੋਂ ਵੀ ਯੁੱਗ ਬਦਲਦਾ ਹੈ, ਯੁੱਗਾਂ ਜੁਗਾਂ ਦੇ ਵਿੱਚ ਅਸੀਂ ਕਹਿੰਦੇ ਅਵਤਾਰ ਧਾਰਨ ਕਰਦੇ ਹਾਂ। ਅਸੀਂ ਆਉਂਦੇ ਰਹਿੰਦੇ ਹਾਂ ਕਿਸ ਵਾਸਤੇ? ਆਪਣੋ ਭਗਤਨ ਕਾਜ, ਆਪਣੇ ਭਗਤਾਂ ਸਿੱਖਾਂ ਸੇਵਕਾਂ ਦੇ ਕਾਜ ਸਵਾਰਨ ਦੇ ਲਈ, ਉਹਨਾਂ ਦੀ ਰੱਖਿਆ ਕਰਨ ਦੇ ਲਈ, ਉਹਨਾਂ ਦੀ ਮਹਿਮਾ ਨੂੰ ਪ੍ਰਗਟ ਕਰਨ ਦੇ ਲਈ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਕਹਿੰਦੇ ਅਸੀਂ ਜੁਗਾਂ ਜੁਗਾਂ ਦੇ ਵਿੱਚ ਆਪਣੇ ਭਗਤਾਂ ਦੇ ਕਾਰਜਾਂ ਨੂੰ ਸਵਾਰਨ ਦੇ ਲਈ, ਕਾਰਜਾਂ ਦੀ ਸਫਲਤਾ ਦੇ ਲਈ ਆਉਂਦੇ ਰਹਿੰਦੇ ਹਾਂ। ਕਹਿੰਦੇ ਜਿਹੜਾ ਗੁਰੂ ਕੀ ਦੱਸੀ ਹੋਈ ਰਹਿਤ ਦੇ ਵਿੱਚ, ਰਹਿਣੀ ਦੇ ਵਿੱਚ ਰਹਿੰਦਾ ਹੈ, ਕਹਿੰਦੇ ਉਹ ਖਾਲਸਾ ਹੈ। ਖਾਲਸਾ ਖਾਸ ਕਹਾਵੈ ਸੋਈ, ਜਾ ਕੈ ਹਿਰਦੈ ਭਰਮ ਨਾ ਹੋਈ।
ਭਰਮ ਭੇਖ ਤੇ ਰਹਿ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਜਿਹੜਾ ਕਹਿੰਦੇ ਰਹਿਤ ਦੇ ਵਿੱਚ ਰਹਿੰਦਾ ਹੈ, ਰਹਿਣੀ ਦੇ ਵਿੱਚ ਜਿਹੜਾ ਰਹਿੰਦਾ ਹੈ, ਕਹਿੰਦੇ ਉਹ ਸਾਹਿਬ ਮੈਂ ਉਸਕਾ ਚੇਹਰਾ, ਕਹਿੰਦੇ ਮੈਂ ਤਾਂ ਉਹਦਾ ਚੇਲਾ ਅਤੇ ਉਹ ਮੇਰਾ ਸਾਹਿਬ ਹੈ, ਮੇਰਾ ਮਾਲਕ ਹੈ। ਸੋ ਜਿਹੜਾ ਗੁਰੂ ਕਾ ਸਿੱਖ ਰਹਿਤ ਦੇ ਵਿੱਚ ਰਹਿੰਦਾ, ਰਹਿਣੀ ਰੱਖਦਾ, ਪ੍ਰਥਮ ਰਹਿਤ ਜੈ ਜਾਨ ਖੰਡੇ ਕੀ ਪਾਹਲ ਛਕੇ, ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹਲ ਜੋਲੇ। ਕਹਿੰਦੇ ਜਿਹੜੇ ਹੋਰ ਕਿਸੇ ਦੀ ਚਰਨ ਅੰਮ੍ਰਿਤ, ਕਿਸੇ ਦੀ ਚਰਨ ਧੂੜੀ, ਇਹਨਾਂ ਸਭ ਕਾਸੇ ਤੋਂ ਹਟ ਕੇ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਦਾ ਨਾ, ਉਹ ਸਿੱਖ ਕਹਿੰਦੇ ਮੈਨੂੰ ਬਹੁਤ ਪਿਆਰਾ ਹੈ। ਬੜਾ ਪਿਆਰ ਕਰਦੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ। ਜਿਹੜਾ ਗੁਰੂ ਕਾ ਸਿੱਖ ਅੰਮ੍ਰਿਤ ਛਕ ਲੈਂਦਾ ਹੈ ਔਰ ਅੰਮ੍ਰਿਤ ਛਕ ਕੇ ਰਹਿਤ ਵਿੱਚ ਪਰਪੱਕ ਰਹਿੰਦਾ। ਮੈਂ ਕੱਲ੍ਹ ਦੇ ਸਵੇਰ ਦੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ ਕਿ ਅੰਮ੍ਰਿਤ ਛਕ ਲੈਣਾ ਹੀ ਕਾਫੀ ਨਹੀਂ ਹੁੰਦਾ। ਅੰਮ੍ਰਿਤ ਛਕਣਾ ਇਹਨੂੰ ਇਉਂ ਸਮਝੋ ਇੱਕ ਸਿੱਧੀ ਸਪਸ਼ਟ ਉਦਾਹਰਨ ਦੇ ਵਿੱਚ ਕਿ ਜਿਵੇਂ ਆਪਾਂ ਇੱਕ ਬੱਚੇ ਨੂੰ ਸਕੂਲ ਦੇ ਵਿੱਚ ਐਡਮਿਸ਼ਨ ਦਵਾ ਦਿੰਦੇ ਹਾਂ, ਦਾਖਲ ਕਰਵਾ ਦਿੰਦੇ ਹਾਂ। ਅੰਮ੍ਰਿਤ ਛਕਣਾ ਸਿਰਫ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਗੁਰੂ ਕੀ ਸਿੱਖੀ ਦੇ ਵਿੱਚ ਦਾਖਲਾ ਲੈਣਾ ਹੈ। ਮਤਾ ਇਹ ਸਮਝੀਏ ਕਿ ਜੇ ਅੰਮ੍ਰਿਤ ਛਕ ਲਿਆ ਤੇ ਬਸ ਹੁਣ ਅਸੀਂ ਸੰਪੂਰਨ ਹੋ ਗਏ ਹਾਂ, ਕਿਉਂਕਿ ਬੱਚੇ ਦਾ ਦਾਖਲਾ ਲੈਣ ਦੇ ਨਾਲ ਤਾਂ ਉਹਨੂੰ ਡਿਗਰੀ ਨਹੀਂ ਮਿਲਣੀ ਨਾ, ਉਹਨੂੰ ਮਿਹਨਤ ਕਰਨੀ ਪੈਣੀ ਹੈ, ਪੜ੍ਹਾਈ ਕਰਨੀ ਪੈਣੀ ਹੈ, ਪੜ੍ਹਨਾ ਸਿੱਖਣਾ ਪੈਣਾ, ਲਿਖਣਾ ਸਿੱਖਣਾ ਪੈਣਾ ਉਹਨੂੰ। ਉਹਦੇ ਇਮਤਿਹਾਨ ਹੋਣੇ ਹੈ, ਇਮਤਿਹਾਨਾਂ ਵਿੱਚੋਂ ਜਦੋਂ ਉਹ ਪਾਸ ਹੋਵੇਗਾ ਫਿਰ ਕਿਤੇ ਉਹਨੂੰ ਜਾ ਕੇ ਡਿਪਲੋਮਾ ਮਿਲੇਗਾ, ਸਰਟੀਫਿਕੇਟ ਮਿਲੇਗਾ, ਡਿਗਰੀ ਮਿਲੇਗੀ, ਫਿਰ ਡਿਗਰੀ ਹੋਲਡਰ ਬਣੇਗਾ। ਇਸੇ ਤਰ੍ਹਾਂ ਗੁਰੂ ਕਾ ਸਿੱਖ ਉਹ ਜਦੋਂ ਅੰਮ੍ਰਿਤ ਛਕਦਾ ਨਾ, ਉਹ ਗੁਰੂ ਘਰ ਵਿੱਚ ਦਾਖਲਾ ਲੈ ਲੈਂਦਾ ਹੈ ਅਤੇ ਦਾਖਲਾ ਲੈਣ ਤੋਂ ਬਾਅਦ ਫਿਰ ਉਹ ਗੁਰੂ ਕੀ ਬਾਣੀ ਪੜ੍ਹੇ, ਵਾਹਿਗੁਰੂ ਸਿਮਰਨ ਦੇ ਵਿੱਚ, ਵਾਹਿਗੁਰੂ ਮੰਤਰ ਦੇ ਵਿੱਚ ਮਨ ਨੂੰ ਜੋੜੇ, ਉਹਦਾ ਅਭਿਆਸ ਕਰੇ। ਇਸੇ ਤਰ੍ਹਾਂ ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਦਾ ਦ੍ਰਿੜ ਅਭਿਆਸੀ ਹੋਵੇ। ਇਸ ਤਰ੍ਹਾਂ ਅਭਿਆਸ ਕਰਦਿਆਂ ਕਰਦਿਆਂ ਫਿਰ ਪਰਚੇ ਵੀ ਪੈਣਗੇ, ਐਗਜ਼ਾਮ ਵੀ ਹੋਣਗੇ, ਪ੍ਰੀਖਿਆਵਾਂ ਵੀ ਹੋਣਗੀਆਂ। ਅਤੇ ਜਿਹੜਾ ਉਹਨਾਂ ਪ੍ਰੀਖਿਆਵਾਂ ਦੇ ਵਿੱਚ ਡੋਲਿਆ ਨਾ, ਪ੍ਰੀਖਿਆਵਾਂ ਦੇ ਵਿੱਚੋਂ ਪਾਸ ਹੋ ਗਿਆ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਹਦੇ ਉੱਤੇ ਖੁਸ਼ੀ ਹੋਵੇਗੀ ਅਤੇ ਉਹ ਗੁਰੂ ਕਾ ਰਹਿਤਵੰਤ ਖਾਲਸਾ ਹੋਵੇਗਾ। ਇਹ ਨਹੀਂ ਕਿ ਅੰਮ੍ਰਿਤ ਵੀ ਛਕ ਲਿਆ ਅਤੇ ਅੰਮ੍ਰਿਤ ਛਕ ਕੇ ਮੁੜ ਕੇ ਕਮਾਈ ਨਾ ਕੀਤੀ ਅਤੇ ਉਹ ਜਿਹੜਾ ਮਰਜ਼ੀ ਪਖੰਡੀ ਆ ਕੇ ਉਹਨੂੰ ਭਰਮਾ ਲਿਆ, ਆਪਣੇ ਪਿੱਛੇ ਲਾ ਲਏ ਫਿਰ ਤਾਂ। ਕਿਉਂਕਿ ਜਿਹੜੇ ਬੱਚੇ ਨੇ ਪੜ੍ਹਾਈ ਨਹੀਂ ਕੀਤੀ, ਉਹਨੂੰ ਪਤਾ ਹੀ ਨਹੀਂ ਮੇਰਾ ਸਬਜੈਕਟ ਕੀ ਹੈ, ਵਿਸ਼ਾ ਕੀ ਹੈ ਅਤੇ ਮੈਂ ਕੀ ਪੜ੍ਹਨਾ ਹੈ। ਪੜ੍ਹ ਲਿਖ ਕੇ ਉਹ ਗਿਆਨਵਾਨ ਹੀ ਨਾ ਹੋਇਆ, ਸੋਝੀ ਨਾ ਹੋਈ ਜਿਹਨੇ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਦੇ ਰਸਤੇ ਨੂੰ ਅਪਣਾਇਆ ਹੀ ਨਾ, ਅਤੇ ਉਹਨੂੰ ਜਿਹੜਾ ਮਰਜ਼ੀ ਫਿਰ ਜਿਵੇਂ ਮਰਜ਼ੀ ਕਹਿ ਕੇ ਪਿੱਛੇ ਲਾ ਲਏ। ਪਰ ਜਿਹੜਾ ਪੜ੍ਹਿਆ ਲਿਖਿਆ ਹੋਵੇਗਾ ਉਹਨੂੰ ਪਤਾ ਹੋਵੇਗਾ ਕਿ ਨਹੀਂ ਜੀ, ਇਤਿਹਾਸ ਦੇ ਵਿੱਚ ਇਹ ਨਹੀਂ ਆਹ ਲਿਖਿਆ ਹੋਇਆ, ਸਾਇੰਸ ਦੇ ਵਿੱਚ ਇੱਦਾਂ ਨਹੀਂ ਇੱਦਾਂ ਲਿਖਿਆ ਹੋਇਆ, ਕੈਮਿਸਟਰੀ ਦੇ ਵਿੱਚ ਜੋ ਕੈਮੀਕਲ ਬਣਾਉਣੇ ਆ ਉਹ ਇਸ ਤਰ੍ਹਾਂ ਨਹੀਂ ਬਣਦੇ, ਜੇ ਆਪਾਂ ਇਹ ਕੈਮੀਕਲ ਨੂੰ ਅਤੇ ਆਹ ਦੂਸਰੇ ਕੈਮੀਕਲ ਨੂੰ ਮਿਲਾਵਾਂਗੇ ਅਤੇ ਤੀਜਾ ਇਹਨਾਂ ਵਿੱਚੋਂ ਆਹ ਐਸਿਡ ਪੈਦਾ ਹੋਣਾ, ਆਹ ਕੈਮੀਕਲ ਪੈਦਾ ਹੋਣਾ। ਉਹਦੀ ਪੜ੍ਹਾਈ ਦੇ ਮੁਤਾਬਕ ਉਹਨੂੰ ਪਤਾ ਹੋਵੇਗਾ ਸਭ ਕੁਝ। ਜੇ ਪੰਜਾਬੀ ਗੁਰਮੁਖੀ ਦੀ ਗੱਲ ਕਰੇਗਾ, ਪੰਜਾਬੀ ਸਾਹਿਤ ਦੀ ਗੱਲ ਕਰੇਗਾ, ਅਤੇ ਫਿਰ ਉਹਨੂੰ ਜਿਹੜਾ ਕੋਈ ਕਹੇਗਾ ਨਹੀਂ ਜੀ ਆਹ ਦਵਈਆ ਨਹੀਂ, ਆਹ ਸਵਈਆ, ਆਹ ਸਵਈਆ ਨਹੀਂ, ਆਹ ਦੋਹਰਾ, ਅਤੇ ਜੇ ਉਹਨੇ ਪੜ੍ਹਿਆ ਹੋਵੇਗਾ ਵਿਆਕਰਨ ਨੂੰ, ਗ੍ਰਾਮਰ ਨੂੰ, ਵਿਚਾਰਿਆ ਹੋਵੇਗਾ ਤਾਂ ਉਹ ਦੱਸ ਦੇਵੇਗਾ ਵੀ ਇਹ ਨਹੀਂ ਠੀਕ, ਜਿਹੜਾ ਆ ਇਹ ਇਸ ਤਰ੍ਹਾਂ ਹੁੰਦਾ, ਇਹਦੇ ਇੰਨੇ ਅੱਖਰਾਂ ਦੇ ਉੱਤੇ, ਇੰਨੇ ਚਰਨਾਂ ਦੇ ਉੱਤੇ ਜਾ ਕੇ ਵਿਸ਼ਰਾਮ ਲੱਗਦਾ, ਇੰਨੀਆਂ ਇਹਦੇ ਵਿੱਚ ਮਾਤਰਾਵਾਂ ਹੁੰਦੀਆਂ, ਉਹ ਸਭ ਕੁਝ ਦੱਸੇਗਾ ਕਿਉਂਕਿ ਉਹਨੇ ਪੜ੍ਹਾਈ ਕੀਤੀ ਹੈ। ਪੜ੍ਹਾਈ ਕੀਤਿਆਂ ਉਹਦੇ ਪ੍ਰੀਖਿਆਵਾਂ ਹੋਣਗੀਆਂ, ਐਗਜ਼ਾਮ ਹੋਣਗੇ, ਇਮਤਿਹਾਨ ਹੋਣਗੇ ਅਤੇ ਉਹਨਾਂ ਵਿੱਚ ਉਹ ਪਾਸ ਵੀ ਹੋਵੇਗਾ। ਅਤੇ ਜਿਹੜਾ ਬਾਖੂਬੀ ਪਾਸ ਹੋ ਗਿਆ, ਮਿਹਨਤ ਜਿਹਨੇ ਕੀਤੀ ਹੋਵੇਗੀ, ਉਹਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਏਗੀ, ਰਹਿਮਤ ਹੋਏਗੀ। ਸੋ ਐਸਾ ਜਿਹੜਾ ਗੁਰੂ ਕਾ ਸਿੱਖ ਹੈ, ਉਹਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਰਹਿਤ ਵਹਿਤ ਦੇ ਵਿੱਚ ਜਿਹੜਾ ਪ੍ਰਪੱਕ ਹੋਵੇਗਾ, ਰਹਿਣੀ ਵਿੱਚ ਰਹੇਗਾ, ਕਹਿੰਦੇ ਉਹ ਗੁਰੂ ਕਾ ਸਿੱਖ ਮੈਨੂੰ ਬਹੁਤ ਪਿਆਰਾ ਲੱਗਦਾ ਹੈ। ਰਹਿਣੀ ਰਹਿ ਸੋ ਖਾਲਸਾ ਸੋ ਮੇਰੋ ਸਿਰਤਾਜ, ਕਹਿੰਦੇ ਉਹ ਤਾਂ ਮੇਰੇ ਸਿਰ ਦਾ ਤਾਜ ਹੈ, ਮੇਰੇ ਵਾਸਤੇ ਬਹੁਤ ਸ਼੍ਰੋਮਣੀ ਹੈ, ਬਹੁਤ ਪਿਆਰਾ ਹੈ ਮੈਨੂੰ। ਪਰ ਕਹਿੰਦੇ ਜਿਹੜਾ ਕੇਸ ਤਾਂ ਰੱਖ ਲਵੇ ਪਰ ਪਾਹੁਲ ਨਾ ਛਕੇ, ਅੰਮ੍ਰਿਤ ਛਕਣ ਵਾਸਤੇ ਤਿਆਰ ਨਾ ਹੋਵੇ, ਇਹੀ ਆਖੀ ਜਾਵੇ ਜੀ ਸਿੱਖ ਵੀ ਸਾਬਤ ਸੂਰਤ ਹੁੰਦੇ ਆ, ਮੈਂ ਵੀ ਸਾਬਤ ਸੂਰਤ ਹੈ, ਉਹਨਾਂ ਨੇ ਵੀ ਕੇਸ ਦਾੜਾ ਰੱਖਿਆ ਹੁੰਦਾ, ਮੈਂ ਵੀ ਕੇਸ ਦਾੜਾ ਰੱਖਿਆ, ਮੇਰੇ ਅਤੇ ਉਹਨਾਂ ਵਿੱਚ ਫਰਕ ਕੀ ਹੈ। ਸਗੋਂ ਢੁੱਚਰਾਂ ਜਾਂ ਇੱਦਾਂ ਦੀਆਂ ਕਰੇ, ਇੱਦਾਂ ਦੀਆਂ ਉਹ ਗੱਲਾਂ ਕਰੇ
ਵੀ ਅੰਮ੍ਰਿਤ ਧਾਰੀਆਂ ਨਾਲੋਂ ਤਾਂ ਮੈਂ ਚੰਗਾ ਹੀ ਹੈ, ਵੀ ਅੰਮ੍ਰਿਤ ਧਾਰੀ ਤਾਂ ਮੈਂ ਦੇਖਿਆ ਜੀ ਕਈ ਮੜੀਆਂ ਦੇ ਉੱਤੇ ਫਿਰਦੇ ਹੁੰਦੇ ਆ, ਕਈ ਗਾਤਰੇ ਲਾ ਕੇ ਸ਼ਾਮ ਨੂੰ ਕਿੱਲੀ ਤੇ ਉਹਨਾਂ ਨੇ ਟੰਗੇ ਹੁੰਦੇ ਆ, ਸ਼ਰਾਬਾਂ ਪੀਂਦੇ ਹੁੰਦੇ ਆ। ਗੁਰੂ ਕੇ ਪਿਆਰਿਓ, ਬੜੀ ਨਿਮਰਤਾ ਸਹਿਤ ਬੇਨਤੀ ਹੈ, ਚੰਗੇ ਮਾੜੇ ਲੋਕ ਹਰ ਧਰਮ ਵਿੱਚ, ਹਰ ਫਿਰਕੇ ਵਿੱਚ, ਹਰ ਮਜ਼ਹਬ ਦੇ ਵਿੱਚ ਹੁੰਦੇ ਆ। 100% ਕਿਤੇ ਵੀ ਆਪਾਂ ਇਹ ਨਹੀਂ ਲੱਭ ਸਕਦੇ, ਇਹ ਨਹੀਂ ਜਾਣ ਸਕਦੇ ਵੀ ਸਾਰੇ ਦੇ ਸਾਰੇ ਹੀ ਸੰਪੂਰਨ ਹੋਣਗੇ। ਸਿਰਫ ਸਿੱਖਾਂ ਵਿੱਚ ਨਹੀਂ, ਹਿੰਦੂਆਂ ਵਿੱਚ ਵੇਖ ਲਓ ਕਿ ਸਾਰੇ ਹਿੰਦੂ ਉਹ ਸਾਰੇ ਹੀ ਧਰਮ ਵਿੱਚ ਪ੍ਰਪੱਕ ਹੈ, ਮੁਸਲਮਾਨ ਸਾਰੇ ਹੀ ਧਰਮ ਵਿੱਚ ਪ੍ਰਪੱਕ ਹੈ, ਈਸਾਈ ਸਾਰੇ ਹੀ ਈਸਾ ਮਸੀਹ ਨੂੰ ਉਸੇ ਤਰ੍ਹਾਂ ਮੰਨਦੇ ਆ ਜਿਵੇਂ ਮੰਨਣਾ ਚਾਹੀਦਾ। ਹਰ ਫਿਰਕੇ ਵਿੱਚ, ਹਰ ਧਰਮ ਦੇ ਵਿੱਚ ਚੰਗੇ ਅਤੇ ਮਾੜੇ, ਕੱਚੇ ਅਤੇ ਪੱਕੇ ਕਹਿ ਲਓ, ਸਾਰੇ ਤਰ੍ਹਾਂ ਦੇ ਲੋਕ ਹੁੰਦੇ ਆ। ਦ੍ਰਿੜ ਵਿਸ਼ਵਾਸੀ ਪੱਕੇ ਸਿੱਖਾਂ ਦੀ ਵੀ ਘਾਟ ਨਹੀਂ, ਅਤੇ ਕੱਚਿਆਂ ਦੀ ਹੋਣ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। ਪਰ ਸਿਆਣਾ ਬੰਦਾ ਉਹ ਹੁੰਦਾ ਹੈ, ਜੇ ਗੁਆਂਢੀ ਦੇ ਘਰ ਅੱਗ ਲੱਗੀ ਹੋਵੇ ਨਾ, ਉਹਦੀ ਅੱਗ ਬੁਝਾਉਣ ਦੇ ਵਿੱਚ ਜਾ ਕੇ ਉਹਦੀ ਮਦਦ ਕਰੇ, ਉਹਦੀ ਸਹਾਇਤਾ ਕਰੇ, ਵੀ ਲੈ ਭਾਈ ਤੇਰੇ ਘਰ ਅੱਗ ਲੱਗੀ ਹੈ, ਮੈਂ ਤੇਰੀ ਮਦਦ ਵਾਸਤੇ ਆ ਗਿਆ। ਅਤੇ ਜਿਹੜਾ ਬੰਦਾ ਗੁਆਂਢੀ ਦੇ ਘਰ ਅੱਗ ਲੱਗੀ ਵੇਖ ਕੇ ਇਹ ਕਹੇ ਵੀ ਆਪਣੇ ਵੀ ਲਾ ਲਈਏ, ਉਹਦੇ ਵੀ ਲੱਗੀ ਹੈ, ਜੇ ਆਪਣੇ ਲੱਗ ਜੂ ਤਾਂ ਫਿਰ ਕੀ ਹੈ, ਉਹਨੂੰ ਸਿਆਣਾ ਥੋੜ੍ਹੀ ਕਹਾਂਗੇ, ਉਹ ਤਾਂ ਮੂਰਖ ਹੈ ਨਾ। ਇਸੇ ਤਰ੍ਹਾਂ ਮਾੜੇ ਜੀਵਨ ਵਾਲਿਆਂ ਵੱਲ ਵੇਖ ਕੇ ਜੇ ਕੋਈ ਬੰਦਾ ਕਹੇ ਵੀ ਫਲਾਣੇ ਦਾ ਵੀ ਜੀਵਨ ਮਾੜਾ ਹੈ ਅਤੇ ਅਸੀਂ ਵੀ ਉਸ ਤਰ੍ਹਾਂ ਦੇ ਬਣ ਜਾਣਾ ਹੈ, ਅਤੇ ਗੁਰਮੁਖੋ ਚੰਗੀ ਗੱਲ ਤਾਂ ਨਹੀਂ ਹੈ। ਚੰਗਿਆਂ ਵੱਲ ਵੇਖੋ, ਆਪਣੇ ਤੋਂ ਉੱਚਿਆਂ ਵੱਲ ਵੇਖੋ, ਆਦਰਸ਼ਵਾਦੀਆਂ ਵੱਲ ਵੇਖੋ, ਜਿਹੜੇ ਸਾਡੇ ਵਾਸਤੇ ਜਿਹੜੇ ਆਦਰਸ਼ ਬਣ ਗਏ ਹੈ, ਸਾਡੇ ਵਾਸਤੇ ਰੋਲ ਮਾਡਲ ਹੈ। ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਜੀਵਨ ਵੱਲ ਵੇਖੋ, ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜੀਵਨ ਵੱਲ ਵੇਖੋ, ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜੀਵਨ ਵੱਲ ਵੇਖੋ। ਇਸੇ ਤਰ੍ਹਾਂ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦੇ ਜੀਵਨ ਵੱਲ ਵੇਖੋ, ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲਿਆਂ, ਨਾਨਕਸਰ ਵਾਲਿਆਂ ਦੇ ਜੀਵਨ ਵੱਲ ਵੇਖੋ, ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਜੀਵਨ ਵੱਲ ਵੇਖੋ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ, ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ। ਸੋ ਕਿੰਨੇ ਮਹਾਂਪੁਰਖ, ਰਾਮਪੁਰ ਖੇੜੇ ਵਾਲੇ ਮਹਾਂਪੁਰਖ, ਕਿੰਨੇ ਚੜ੍ਹਦੀ ਕਲਾ ਵਾਲੇ ਗੁਰੂ ਕੇ ਸਿੱਖ ਹੋਏ ਹੈ, ਉਹਨਾਂ ਦੇ ਜੀਵਨ ਵੱਲ ਵੇਖੋ, ਉਹਨਾਂ ਦਾ ਜੀਵਨ ਕਿੰਨਾ ਚੰਗਾ, ਅਤੇ ਚੰਗੇ ਬਣਨਾ ਲੋਚੀਏ। ਇਹ ਥੋੜ੍ਹੀ ਹੈ ਵੀ ਇੱਕ ਬੰਦੇ ਨੇ ਅੰਮ੍ਰਿਤ ਛਕਿਆ ਅਤੇ ਉਹ ਰਹਿਤ ਬਹਿਤ ਦੇ ਵਿੱਚ ਪਰਪੱਕ ਨਹੀਂ ਰਹਿ ਸਕਿਆ, ਕੋਈ ਕਰੋਪੀ ਉਹਦੇ 'ਤੇ ਇਹਦਾ ਮਾੜਾ ਕਰਮ ਐਸਾ ਅੱਗੇ ਆਇਆ ਅਤੇ ਉਹਦੇ ਵੱਲ ਵੇਖ ਕੇ ਆਖੀ ਜਾਓ ਵੀ ਨਹੀਂ ਜੀ ਅਸੀਂ ਤਾਂ ਅੰਮ੍ਰਿਤ ਨਹੀਂ ਛਕਣਾ, ਅੰਮ੍ਰਿਤ ਛਕੇ ਵਾਲੇ ਤਾਂ ਇੱਦਾਂ ਕਰਦੇ ਆ, ਅਸੀਂ ਤਾਂ ਉਹਨਾਂ ਨਾਲੋਂ ਚੰਗੇ ਆ। ਗੁਰਮੁਖੋ ਕਦੇ ਵੀ ਜਿਹੜਾ ਅੰਮ੍ਰਿਤ ਧਾਰੀ ਹੈ ਉਹਦੇ ਨਾਲੋਂ ਦੂਸਰਾ ਇਹ ਨਹੀਂ ਕਹਿ ਸਕਦਾ ਅਸੀਂ ਚੰਗੇ ਆ। ਜੇ ਕਹਿੰਦਾ ਤਾਂ ਉਹ ਅੰਮ੍ਰਿਤ ਦੀ ਨਰਾਦਰੀ ਕਰ ਰਿਹਾ ਹੈ, ਗੁਰੂ ਕੇ ਖੰਡੇ ਬਾਟੇ ਦੀ ਪਾਹੁਲ ਦੀ ਨਰਾਦਰੀ ਕਰ ਰਿਹਾ। ਅਤੇ ਗੁਰੂ ਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਨਰਾਦਰੀ ਬਹੁਤ ਵੱਡਾ ਪਾਪ ਹੈ, ਕਿਉਂਕਿ ਅੰਮ੍ਰਿਤ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਵੀ ਛਕਿਆ। ਅਤੇ ਜਦੋਂ ਕੋਈ ਆਪਣੇ ਮਨ ਦੀ ਮੱਤ ਅਨੁਸਾਰ ਇਹ ਕਹਿੰਦਾ ਹੈ ਵੀ ਅਸੀਂ ਤਾਂ ਅੰਮ੍ਰਿਤ ਛਕੇ ਵਾਲਿਆਂ ਨਾਲੋਂ ਚੰਗੇ ਹੀ ਹੈ, ਤਾਂ ਇਹਦਾ ਮਤਲਬ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋਂ ਆਪਣੇ ਨੂੰ ਚੰਗਾ ਕਹਾ ਰਿਹਾ, ਆਪਣੇ ਆਪ ਨੂੰ ਕਿੱਥੇ ਲੇਖਾ ਦੇਵੇਗਾ। ਇਸ ਕਰਕੇ ਕਦੇ ਭੁੱਲ ਕੇ ਵੀ ਇਹ ਗੱਲ ਨਹੀਂ ਕਹਿਣੀ, ਮਾੜਿਆਂ ਵੱਲ ਵੇਖ ਕੇ ਵੀ, ਕਿ ਅਸੀਂ ਤਾਂ ਅੰਮ੍ਰਿਤ ਛਕੇ ਵਾਲਿਆਂ ਤੋਂ ਚੰਗੇ ਆ। ਨਹੀਂ ਭਾਈ, ਜਿਹਦੇ ਉੱਤੇ ਪੰਜ ਪਿਆਰਿਆਂ ਨੇ ਕਿਰਪਾ ਕੀਤੀ ਹੈ, ਜਿਹਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਰਪਾ ਕਰਕੇ ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਅਤੇ ਬਖਸ਼ੇ ਹੋਏ ਨਾਲੋਂ ਆਪਾਂ ਕਿਵੇਂ ਚੰਗੇ ਹੋ ਜਾਵਾਂਗੇ ਜਿਨ੍ਹਾਂ ਨੂੰ ਹਾਲੇ ਦਾਤ ਪ੍ਰਾਪਤੀ ਨਹੀਂ ਹੋਈ। ਇਹ ਵੱਖਰੀ ਗੱਲ ਹੈ ਵੀ ਉਹ ਨਿਭਾ ਨਹੀਂ ਸਕਿਆ, ਉਹ ਪੂਰਾ ਨਹੀਂ ਉਤਰ ਸਕਿਆ ਇਮਤਿਹਾਨਾਂ ਦੇ ਵਿੱਚ, ਪੇਪਰਾਂ ਦੇ ਵਿੱਚ। ਹੁਣ ਸਾਰੇ ਹੀ ਜਿੰਨੇ ਪੜ੍ਹਦੇ ਆ ਸਕੂਲਾਂ ਵਿੱਚੋਂ DC ਥੋੜ੍ਹੀ ਲੱਗ ਜਾਂਦੇ ਆ, ਸਾਰੇ ਤਹਿਸੀਲਦਾਰ ਥੋੜ੍ਹੀ ਲੱਗ ਜਾਂਦੇ ਆ, ਸਾਰੇ ਚੰਗੀਆਂ ਨੌਕਰੀਆਂ 'ਤੇ ਥੋੜ੍ਹੀ ਇੱਕੋ ਕਲਾਸ ਵਿੱਚ ਬੈਠੇ ਹੁੰਦੇ ਆ ਵਿਦਿਆਰਥੀ। ਉਹਨਾਂ ਵਿੱਚੋਂ ਇੱਕ ਬਾਅਦ ਦੇ ਵਿੱਚ ਰੇਹੜੀ ਲਾਈ ਖੜਾ ਹੁੰਦਾ ਅਤੇ ਦੂਜਾ ਉਹ ਰੇਹੜੀ ਦੇ ਉੱਤੇ ਕਾਰ ਦਾ ਸ਼ੀਸ਼ਾ ਲਾ ਕੇ ਫਲ ਖਰੀਦਦਾ ਹੁੰਦਾ। ਪੜ੍ਹੇ ਤਾਂ ਇੱਕੋ ਕਲਾਸ ਵਿੱਚ ਹੁੰਦੇ ਆ ਨਾ। ਫਰਕ ਹੈ, ਮਿਹਨਤ ਦਾ ਫਰਕ ਹੈ, ਅਭਿਆਸ ਦਾ ਫਰਕ ਹੈ, ਗੁਰੂ ਦੀ ਕਿਰਪਾ ਦਾ ਫਰਕ ਹੈ। ਪਰ ਕਦੇ ਇਹ ਨਾ ਕਹੀਏ ਕਿ ਅਸੀਂ ਅੰਮ੍ਰਿਤ ਛਕੇ ਵਾਲਿਆਂ ਤੋਂ ਚੰਗੇ ਹੈ। ਸਤਿਗੁਰੂ ਜੀ ਕਹਿੰਦੇ ਜਿਹੜਾ ਕੇਸ ਰੱਖਦਾ ਹੈ ਅਤੇ ਪਾਹੁਲ ਲੈਣ ਤੋਂ ਇਨਕਾਰੀ ਹੈ, ਅੰਮ੍ਰਿਤ ਛਕਣ ਤੋਂ ਇਨਕਾਰੀ ਹੈ, ਬਹਾਨੇ ਘੜਦਾ ਹੈ, ਸਤਿਗੁਰੂ ਕਹਿੰਦੇ ਧਰੈ ਕੇਸ ਪਾਹੁਲ ਬਿਨਾ ਭੇਖੀ ਮੂਰਖ ਸਿੱਖ। ਕਹਿੰਦੇ ਉਹ ਤਾਂ ਮੂਰਖ ਹੈ, ਭੇਖੀ ਹੈ, ਕਹਿੰਦੇ ਭੇਖ ਧਾਰੀ ਹੈ। ਜਿਵੇਂ ਭੇਖ ਧਾਰੀਏ ਨਹੀਂ ਜਿਹੜੇ ਆ ਮੰਗਣ ਵਾਲੇ ਫਿਰਦੇ ਹੁੰਦੇ ਆ, ਕਿਸੇ ਨੇ ਕਿਸੇ ਤਰ੍ਹਾਂ ਦਾ ਭੇਖ, ਜੇ ਉਹਨਾਂ ਨੇ ਸਿੱਖਾਂ ਵਿੱਚ ਜਾਣਾ ਤਾਂ ਸਿੱਖਾਂ ਵਰਗਾ ਭੇਖ ਧਾਰਨ ਕਰ ਲਿਆ, ਪੀਲੇ ਰੰਗ ਦਾ ਪਰਨਾ ਬੰਨ੍ਹ ਲਿਆ, ਕੇਸਰੀ ਰੰਗ ਦਾ, ਅਤੇ ਉੱਥੇ ਮੰਗਣ ਲੱਗ ਪੈਂਦੇ ਹੈ।
ਜੇ ਕਿਤੇ ਹੋਰ ਤਰ੍ਹਾਂ ਦੇ ਲੋਕ ਆ ਤੇ ਉੱਥੇ ਸਾਧ ਜੇ ਬਣ ਕੇ ਉਸ ਤਰ੍ਹਾਂ ਦਾ ਬਣਾ ਲੈਂਦੇ ਆ ਭੇਖ। ਕੰਮ ਤਾਂ ਮੰਗਣਾ ਹੁੰਦਾ ਨਾ। ਆ ਘਰਾਂ ਵਿੱਚ ਵੀ ਆਉਂਦੇ ਆ ਬਹੁਤ ਤਰ੍ਹਾਂ ਦੇ ਭੇਖ ਧਾਰਨ ਕਰਕੇ। ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ। ਉਹਨਾਂ ਦਾ ਕੰਮ ਤਾਂ ਭੇਖ ਧਾਰੀਆਂ ਦਾ ਇਹ ਭੇਖ ਦਿਖਾਵਾ ਕਰਕੇ ਤੇ ਆਪਣੀ ਉਪਜੀਵਕਾ ਪਰਜੀਵਕਾ ਨੂੰ ਚਲਾਉਣਾ ਹੁੰਦਾ ਹੈ। ਤੇ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕੇਸ ਰੱਖ ਲਏ ਪਰ ਅੰਮ੍ਰਿਤ ਛਕਣ ਤੋਂ ਇਨਕਾਰੀ ਆ ਜਿਹੜਾ ਸਿੱਖ। ਕਹਿੰਦੇ ਧਰੈ ਕੇਸ ਪਾਹਲ ਬਿਨਾ ਭੇਖੀ। ਕਹਿੰਦੇ ਉਹ ਭੇਖ ਧਾਰੀ ਹੈ, ਭੇਖ ਧਾਰੀ ਹੈ। ਤੇ ਸਤਿਗੁਰ ਨੇ ਭੇਖ ਨੂੰ ਤਾਂ ਕਿਤੇ ਜਗ੍ਹਾ ਹੀ ਨਹੀਂ ਦਿੱਤੀ ਨਾ। ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਕਹਿੰਦੇ ਨਰਕਾਂ ਵਿੱਚ ਬਾਸਾ ਹੋਵੇਗਾ ਜਿਹੜਾ ਭੇਖ ਦਿਖਾਉਂਦਾ ਹੈ। ਭੇਖ ਦਿਖਾ ਕੇ ਆਖੇ ਜੀ ਨਹੀਂ ਮੈਂ ਅੰਮ੍ਰਿਤ ਧਾਰੀਆਂ ਤੋਂ ਚੰਗਾ ਹੈ ਤੇ ਮੈਂ ਤਾਂ ਬਹੁਤ ਚੰਗਾ ਹੈ, ਮੈਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ, ਮੇਰਾ ਮਨ ਸਾਫ਼ ਹੈ। ਗੁਰਮੁਖੋ ਤਨ ਸਾਡੇ ਤੋਂ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ। ਮਨ ਦੇ ਉੱਤੇ ਪਤਾ ਨਹੀਂ ਅਸੀਂ ਕਿਹੜਾ ਵਾਸ਼ਿੰਗ ਪਾਊਡਰ ਲਾ ਲੈਂਦੇ ਹਾਂ, ਆਪੇ ਹੀ ਕਹੀ ਜਾਣਗੇ ਸਾਡਾ ਮਨ ਸਾਫ਼ ਹੈ। ਕਲਗੀਧਰ ਪਾਤਸ਼ਾਹ ਜੀ ਦਾ ਮਨ ਸਾਫ਼ ਨਹੀਂ ਸੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ। ਕਿ ਸਾਹਿਬਜ਼ਾਦਿਆਂ ਦਾ ਮਨ ਨਹੀਂ ਸਾਫ਼ ਸੀ, ਪੰਜਾਂ ਪਿਆਰਿਆਂ ਦਾ ਮਨ ਸਾਫ਼ ਨਹੀਂ ਸੀ, 40 ਮੁਕਤਿਆਂ ਦਾ ਮਨ ਸਾਫ਼ ਨਹੀਂ ਸੀ। ਜੇ ਉਹਨਾਂ ਸਾਫ਼ ਹਿਰਦੇ ਵਾਲਿਆਂ ਨੂੰ ਅੰਮ੍ਰਿਤ ਦੀ ਲੋੜ ਪਈ ਹੈ ਤੇ ਅਸੀਂ ਤਾਂ ਹੈ ਹੀ ਪਾਪਾਂ ਦੇ ਭਰੇ ਹੋਏ, ਸਾਡਾ ਤਾਂ ਮਨ ਹੀ ਮਲੀਨ ਹੈ ਤੇ ਸਾਨੂੰ ਅੰਮ੍ਰਿਤ ਦੀ ਲੋੜ ਕਿਉਂ ਨਹੀਂ? ਬਹੁਤ ਲੋੜ ਹੈ। ਔਰ ਸਤਿਗੁਰੂ ਨੇ ਸਾਨੂੰ ਇਹ ਥੋੜ੍ਹੀ ਕਿਹਾ ਵੀ ਸਿੱਖੋ ਛਕਣਾ ਹੋਇਆ ਛਕ ਲਿਓ, ਨਹੀਂ ਛਕਣਾ ਤਾਂ ਨਾ ਛਕਿਓ। ਸਤਿਗੁਰੂ ਨੇ ਸਾਨੂੰ ਹੁਕਮ ਕੀਤਾ ਹੈ ਕਿ ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਜਨਮ ਸੁਹੇਲਾ ਕਰਨਾ ਹੈ ਤਾਂ ਅੰਮ੍ਰਿਤ ਛਕਣਾ ਹੀ ਪਵੇਗਾ। ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ। ਜਿਨ੍ਹਾਂ ਦਾ ਮਨ ਨਹੀਂ ਬਣਿਆ ਭਾਈ ਉਹ ਵੀ ਮਨ ਨੂੰ ਗੁਰੂ ਦੀਆਂ ਇਹਨਾਂ ਸਿੱਖਿਆਵਾਂ ਨੂੰ ਸੁਣ ਸੁਣ ਕੇ ਨਾ, ਇਹ ਕਥਾ ਕੀਰਤਨ ਸੁਣਨ ਦਾ ਫਾਇਦਾ ਤਾਂ ਹੀ ਹੁੰਦਾ ਹੈ ਵੀ ਜੇ ਅਸੀਂ ਜੋ ਗੁਰੂ ਕਹਿੰਦਾ ਹੈ, ਜੋ ਸਿੱਖਿਆ ਗੁਰੂ ਸਾਹਿਬ ਦੇ ਰਹੇ ਹੈ ਉਹਨੂੰ ਅਸੀਂ ਹਿਰਦਿਆਂ ਵਿੱਚ ਵਸਾਈਏ, ਉਹਨੂੰ ਮੰਨੀਏ, ਜ਼ਿੰਦਗੀ ਵਿੱਚ ਅਪਣਾ ਲਈਏ। ਤੇ ਇਹ ਸਿੱਖਿਆ ਸਾਨੂੰ ਮੰਨਣੀ ਚਾਹੀਦੀ ਹੈ। ਸਤਿਗੁਰੂ ਜੀ ਕਹਿੰਦੇ ਪਾਹੁਲ ਧਾਰਨ ਕੀਤੇ ਬਿਨਾ ਤੇ ਇਕੱਲੇ ਕੇਸ ਧਾਰਨ ਕਰਕੇ ਜਿਹੜਾ ਗੁਰੂ ਕਾ ਸਿੱਖ ਆਪਣੇ ਆਪ ਨੂੰ ਕਹਿੰਦਾ ਮੈਂ ਸੱਚਾ ਸੁੱਚਾ ਗੁਰੂ ਕਾ ਸਿੱਖ, ਕਹਿੰਦੇ ਉਹ ਭੇਖੀ ਹੈ, ਉਹ ਮੂਰਖ ਹੈ। ਮੇਰਾ ਦਰਸ਼ਨ ਨਹੀਂ ਤਿਸ ਪਾਪੀ ਤਿਆਗ ਸਿਖਾ। ਕਹਿੰਦੇ ਉਹ ਜਿੰਨੇ ਮਰਜ਼ੀ ਯਤਨ ਕਰਦਾ ਫਿਰੇ, ਉਹ ਕਰਮ ਧਰਮ ਕਰਦਾ ਫਿਰੇ, ਕਹਿੰਦੇ ਕਦੇ ਉਹਨੂੰ ਭੇਖ ਧਾਰੀ ਨੂੰ ਮੇਰਾ ਦਰਸ਼ਨ ਨਹੀਂ ਹੋਵੇਗਾ। ਜਿਹੜਾ ਮੇਰਾ ਬਚਨ ਨਹੀਂ ਮੰਨਦਾ ਨਾ, ਕਿਉਂਕਿ ਗੁਰੂ ਦਾ ਤੇ ਸਿੱਖ ਦਾ ਤਾਂ ਆਪਸ ਦੇ ਵਿੱਚ ਸੰਬੰਧ ਹੀ ਬਚਨ ਮੰਨਣ ਦਾ ਹੈ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਬਚਨ ਆਖੇ ਤੇ ਸਿੱਖ ਉਹਨਾਂ ਨੂੰ ਸੱਤ ਕਰਕੇ ਮੰਨ ਲਵੇ। ਸੱਤ ਬਚਨ ਸਾਧੂ ਉਪਦੇਸ਼, ਉਹਨਾਂ ਬਚਨਾਂ ਨੂੰ ਸੱਤ ਕਰਕੇ ਮੰਨ ਲਵੇ, ਫਿਰ ਹੀ ਗੁਰੂ ਤੇ ਸਿੱਖ ਦਾ ਆਪਸ ਵਿੱਚ ਸੰਬੰਧ ਹੈ। ਨਹੀਂ ਸੰਬੰਧ ਹੀ ਕੋਈ ਨਹੀਂ ਜੇ ਗੁਰੂ ਕਾ ਬਚਨ ਗੁਰੂ ਕਾ ਸਿੱਖ ਨਹੀਂ ਮੰਨਦਾ। ਕਹਿੰਦੇ ਜਿਹੜਾ ਬਚਨ ਨਹੀਂ ਮੰਨਦਾ ਆਪਣੇ ਆਪ ਨੂੰ ਫਿਰ ਵੀ ਉੱਤਮ ਕਹਾਉਂਦਾ, ਆਪਣੀ ਮੱਤ ਨੂੰ ਵੱਡੀ ਰੱਖਦਾ, ਗੁਰੂ ਦੀ ਮੱਤ ਨੂੰ ਛੋਟੀ ਸਮਝਦਾ, ਤੇ ਕਹਿੰਦੇ ਉਹਨੂੰ ਮੇਰੇ ਦਰਸ਼ਨ ਨਹੀਂ ਹੋਣਗੇ ਕਦੇ ਵੀ। ਮੇਰਾ ਦਰਸ਼ਨ ਨਹੀਂ ਤਿਸ ਪਾਪੀ ਤਿਆਗੈ ਸਿੱਖ। ਐਸੇ ਜਿਹੜਾ ਭੇਖ ਧਾਰੀਆ ਹੈ, ਗੁਰੂ ਕੇ ਬਚਨਾਂ ਨੂੰ ਮੰਨਣ ਤੋਂ ਮੁਨਕਰ ਹੈ, ਮੇਰਾ ਜਿਹੜਾ ਅਸਲ ਸਿੱਖ ਆ ਨਾ, ਕਹਿੰਦੇ ਉਹਦਾ ਤਿਆਗ ਕਰ ਦੇਵੇ, ਉਹਦੀ ਸੰਗਤ ਵਿੱਚ ਨਾ ਬੈਠੇ, ਉਹਦਾ ਤਿਆਗ ਕਰ ਦੇਵੇ, ਉਹਨੂੰ ਛੱਡ ਦੇਵੇ, ਤਜ ਦੇਵੇ, ਉਹਨੂੰ ਪਾਪੀ ਜਾਣੇ। ਇੱਕ ਨੰਬਰ ਦਾ ਉਹ ਪਾਪੀ ਹੈ, ਗੁਨਾਹੀ ਹੈ, ਬਹੁਤ ਵੱਡਾ ਗੁਨਾਹਗਾਰ ਹੈ, ਜਿਹੜਾ ਗੁਰੂ ਕੇ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਛਕਣ ਤੋਂ ਇਨਕਾਰੀ ਹੈ, ਗੁਰੂ ਕਾ ਬਚਨ ਮੰਨਣ ਤੋਂ ਇਨਕਾਰੀ ਹੈ। ਸੋ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਤ ਮਰਿਆਦਾ ਦੇ ਹੋਰ ਜਿਵੇਂ ਬਚਨ ਕਰਨਗੇ, ਆਪਾਂ ਇਸੇ ਤਰ੍ਹਾਂ ਵਿਸਥਾਰ ਸਹਿਤ ਇਕੱਲਾ ਇਕੱਲਾ ਬਚਨ ਖੋਲ੍ਹ ਕੇ ਗੁਰੂ ਕੀ ਸੰਗਤ ਦੇ ਵਿੱਚ ਸਮਝਣ ਦਾ ਯਤਨ ਕਰਾਂਗੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਅੱਜ ਦੀ ਦੀਵਾਨ ਵਿੱਚ ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਅੱਗੇ ਵਾਸਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਮਤ ਬਖਸ਼ਣ। ਸ਼ੁੱਧਤਾ ਵਾਸਤੇ ਆਪ ਜੀ ਨੇ ਅਰਦਾਸ ਕਰਨੀ। ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਅਰਦਾਸ ਵਿੱਚ ਹਾਜ਼ਰ ਹੋਈਏ ਜੀ। ਦਰਸ਼ਨ ਨਹੀਂ ਤਿਸ ਪਾਪੀ ਤਿਆਗੈ ਸਿੱਖ।